ਹਸਤ ਖੇਲਤ ਤੇਰੇ ਦੇਹੁਰੇ ਆਇਆ। ਵਿਅੰਗ ਨੰਬਰ 44 ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਆਪਾਂ ਵਿਚਾਰ ਕਰ ਰਹੇ ਹਾਂ। ਭਾਈ ਗੁਰਦਾਸ ਨੂੰ ਸਾਡੇ ਲਿਖਾਰੀਆਂ ਵੱਲੋਂ, ਬੁਲਾਰਿਆਂ ਵੱਲੋਂ, ਕਥਾਵਾਚਕਾਂ ਵੱਲੋਂ ਬਿਲਕੁਲ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਹਨੇ ਜੋ ਬੇਅੰਤ ਗੁਰਬਾਣੀ ਨੂੰ ਸਮਝ ਕੇ ਸਾਡੇ ਸਨਮੁਖ ਉਦਾਹਰਣਾਂ ਦੇ ਦੇ ਕੇ ਸੱਚਾਈ ਪੇਸ਼ ਕੀਤੀ ਹੈ, ਇਹਦਾ ਕੋਈ ਜਵਾਬ ਨਹੀਂ ਹੈ। ਪਰ ਇਹਦੀ ਅਸੀਂ ਮੂਰਖਾਂ ਨੇ ਕਦਰ ਨਹੀਂ ਪਾਈ। ਇੱਥੇ ਭਾਈ ਗੁਰਦਾਸ ਜੀ ਬਹੁਤ ਸੁੰਦਰ ਉਦਾਹਰਣਾਂ ਦੇ ਕੇ ਮੂਰਖ ਲੋਕਾਂ ਦੀ ਖਿੱਲੀ ਉਡਾ ਰਹੇ ਨੇ ਕਿ ਤੁਸੀਂ ਫੜਾਂ 'ਤੇ ਬਹੁਤ ਮਾਰਦੇ ਹੋ, ਆਪਣਾ ਹੰਕਾਰ 'ਤੇ ਬਹੁਤ ਕਰਦੇ ਹੋ, ਬਿਨਾਂ ਕੁਝ ਕੀਤੇ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਸਾਬਤ ਕਰਨ ਦਾ ਝੂਠਾ ਨਾਟਕ ਤਾਂ ਬਹੁਤ ਕਰਦੇ ਹੋ, ਪਰ ਤੁਹਾਡੇ ਵਿੱਚ ਗੁਣ ਕੋਈ ਵੀ ਨਹੀਂ ਹੈ। ਕੇਵਲ ਝੂਠ ਦੇ ਸਹਾਰੇ, ਗੱਪ ਕਹਾਣੀਆਂ ਦੇ ਸਹਾਰੇ ਲੋਕਾਂ ਦੇ ਵਿੱਚ ਪ੍ਰਭਾਵ ਪਾਉਣ ਦਾ ਯਤਨ ਕਰਦੇ ਹੋ। ਪਰ ਇਹਨਾਂ ਤੁਹਾਡੀਆਂ ਕਹਾਣੀਆਂ ਨੇ, ਤੁਹਾਡੀਆਂ ਇਹਨਾਂ ਨੌਟੰਕੀਆਂ ਨੇ ਸੱਚਾਈ ਕੁਝ ਸਮੇਂ ਤੋਂ ਬਾਅਦ ਪੇਸ਼ ਕਰ ਹੀ ਦੇਣੀ ਹੈ, ਕਿਉਂਕਿ ਇਹਦੀ ਪ੍ਰਾਪਤੀ ਤੁਹਾਨੂੰ ਕੋਈ ਵੀ ਨਹੀਂ ਹੋਣੀ, ਸਮਾਜ ਦਾ ਕੋਈ ਭਲਾ ਨਹੀਂ ਹੋਣਾ। ਤੁਹਾਡਾ ਵੀ ਸਾਰਾ ਕੂੜ ਕੁਫਰ ਕੁਝ ਸਮੇਂ ਤੋਂ ਬਾਅਦ ਲੋਕਾਂ ਦੇ ਵਿੱਚ ਪ੍ਰਗਟ ਹੋ ਜਾਣਾ ਹੈ। ਹੁਣ ਜੋ ਕੁਝ ਤੁਸੀਂ ਕਹਿ ਰਹੇ ਹੋ, ਇਹਦੇ ਕਾਰਨ ਕਰਕੇ ਤੁਹਾਨੂੰ ਬਹੁਤ ਸ਼ਰਮਸ਼ਾਰ ਹੋਣਾ ਪੈਣਾ ਹੈ। ਆਓ ਭਾਈ ਗੁਰਦਾਸ ਦੀ ਇਹ ਜਿਹੜੀ ਵਾਰ 33ਵੀਂ ਪੌੜੀ 10ਵੀਂ ਦੇ ਵਿੱਚੋਂ ਇੱਕ ਜੋ ਵਿਚਾਰ ਉਹਨਾਂ ਨੇ ਦਿੱਤਾ ਹੈ, ਉਹਨੂੰ ਆਪਾਂ ਸਾਹਮਣੇ ਰੱਖੀਏ। ਭਾਈ ਸਾਹਿਬ ਜੀ ਕਹਿੰਦੇ ਨੇ, ਵਣ ਵਣ ਕਉ ਨਾ ਸੋਹਈ, ਖਰਾ ਸਿਆਣਾ ਹੋਏ ਬਿਗੁੱਤਾ। ਚੁੱਤੜ ਮਿੱਟੀ ਜਿਸ ਲੱਗੇ, ਜਾਣੈ ਖਸਮ ਕੁਮਹਾਰਾ ਕੁੱਤਾ। ਬਾਣੀਆਂ ਕਹਾਣੀਆਂ ਘਰ ਘਰ ਬਹਿ ਬਹਿ ਕਰਨ ਕੁਪੱਤਾ। ਆਗੂ ਹੋਏ ਮੁਹਾਏ ਦਾ, ਸਾਥ ਛੱਡ ਚੌਰਾਹੇ ਸੁੱਤਾ। ਜੰਮੀ ਸਾਖ ਉਜਾੜਦਾ, ਗਲਿਆਂ ਸੇਤੀ ਮੀਂਹ ਕੁਰੁੱਤਾ। ਦੁਖੀਆ ਦੁਸ਼ਟ ਦੁਬਾਜਰਾ, ਖੱਟਰ ਬਲਦ ਜਿਵੇਂ ਹਲ ਜੁੱਤਾ। ਡਮ ਡਮ ਸਾਨ ਉਜਾੜੀ ਮੁੱਤਾ, ਡਮ ਡਮ ਸਾਨ ਉਜਾੜੀ ਮੁੱਤਾ। ਇੱਥੇ ਭਾਈ ਗੁਰਦਾਸ ਜੀ ਦੀ ਇੱਕ ਇੱਕ ਪੰਕਤੀ ਨੂੰ ਆਪਾਂ ਸਾਹਮਣੇ ਲਿਆਈਏ। ਇਹ ਜਿਹੜਾ ਮੈਟਰ ਤੁਹਾਡੇ ਸਾਹਮਣੇ ਰੱਖਿਆ ਜਾ ਰਿਹਾ, ਇਹ ਮੇਰੀ ਕਿਤਾਬ ਹਸਤ ਖੇਲਤ ਤੇਰੇ ਦਿਹੁਰੇ ਆਇਆ ਦੇ ਵਿੱਚੋਂ ਮੈਂ ਲੈ ਕੇ ਤੁਹਾਡੇ ਸਾਹਮਣੇ ਪਾ ਰਿਹਾ। ਹੇ ਭਾਈ, ਕਾਂ ਬੜਾ ਸਿਆਣਾ ਬਣਦਾ ਹੈ। ਕਾਂ ਨਾਲ ਬੜੀਆਂ ਕਹਾਣੀਆਂ ਜੁੜੀਆਂ ਹੋਈਆਂ ਨੇ, ਅਤੇ ਅਸੀਂ ਕਾਂ ਨੂੰ ਸਿਆਣਾ ਕਹਿ ਕੇ ਉਹਦਾ ਸਨਮਾਨ ਤਾਂ ਕਾਹਦਾ ਕਰਨਾ ਹੈ, ਸਗੋਂ ਆਮ ਲੋਕਾਂ ਨੂੰ ਕਾਂ ਵਰਗਾ ਸਿਆਣਾ ਕਹਿ ਕੇ ਅਪਮਾਨਿਤ ਕਰ ਰਹੇ ਹੁੰਦੇ ਆ। ਕਿਉਂਕਿ ਕਾਂ ਦੀ ਸਿਆਣਪ ਉਹ ਲੰਮੀ ਸਿਆਣਪ ਨਹੀਂ ਹੁੰਦੀ, ਉਹ ਘੜੀ ਕੁ ਪਿੱਛੋਂ ਉਹ ਗੰਦਗੀ ਨੂੰ ਚੁੰਝਾ ਮਾਰਦਾ ਹੈ। ਗੋਹੇ ਦੇ ਫੋਸ ਦੇ ਉੱਤੇ ਬੈਠ ਕੇ ਉਹ ਆਪਣਾ ਖਾਣਾ ਲੱਭ ਰਿਹਾ ਹੁੰਦਾ ਹੈ। ਮੂਰਖ ਬੰਦਿਆਂ ਦੀ ਇਹੋ ਹੀ ਹਾਲਤ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਕਾਂ ਬੜਾ ਸਿਆਣਾ ਬਣਦਾ ਹੈ, ਉਸ ਦਾ ਖਾਣਾ ਵੀ ਗਲਤ ਅਤੇ ਉਸ ਦਾ ਆਲ੍ਹਣਾ ਵੀ ਸਭ ਤੋਂ ਭੈੜਾ ਹੁੰਦਾ ਹੈ। ਬਾਕੀ ਪੰਛੀ ਤਾਂ ਤਕਰੀਬਨ ਆਪਣੇ ਬੱਚਿਆਂ ਵਾਸਤੇ ਆਲ੍ਹਣੇ ਵਧੀਆ ਪਾ ਲੈਂਦੇ ਨੇ, ਪਰ ਕਾਂ ਨੂੰ ਤਾਂ ਆਪਣਾ ਆਲ੍ਹਣਾ ਵੀ ਨਹੀਂ ਪਾਉਣਾ ਆਉਂਦਾ, ਪਰ ਉਂਝ ਆਪਾਂ ਉਹਨੂੰ ਕਾਖੀ ਜਾਂਦੇ ਹਾਂ, ਸਿਆਣਾ ਬਹੁਤ ਹੈ। ਇਹ ਇਸੇ ਤਰ੍ਹਾਂ ਦੀ ਹਾਲਤ ਬਹੁਤੇ ਬੰਦਿਆਂ ਦੀ ਹੁੰਦੀ ਹੈ, ਜਿਹੜੇ ਆਪਣੇ ਆਪ ਨੂੰ ਵੱਡਾ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਨੇ। ਇਉਂ ਭਟਕਦਾ ਗੰਦਗੀ ਤੱਕ ਖਾਣ ਲਈ ਕਾਂ ਮਜਬੂਰ ਹੋ ਜਾਂਦਾ ਹੈ। ਜਿਵੇਂ ਕਿਸੇ ਵੱਡੇ ਦੇ ਸਾਥ ਨਾਲ ਮੂਰਖ ਬੰਦਾ ਖੁਦ ਵੱਡਾ ਹੋਣ ਦਾ ਹੰਕਾਰ ਕਰਦਾ ਹੈ ਕਿ ਮੈਂ ਤਾਂ ਜੀ ਉਹਨਾਂ ਦੇ ਘਰੇ ਆਉਂਦਾ ਜਾਂਦਾ, ਅਤੇ ਭਾਵੇਂ ਕਿ ਆਪਣੇ ਆਪ ਦੇ ਵਿੱਚ ਕੋਈ ਗੁਣ ਨਹੀਂ, ਪਰ ਕਿਉਂਕਿ ਵੱਡਿਆਂ ਦੇ ਕੋਲੇ ਮੈਂ ਬੈਠਦਾ ਉੱਠਦਾ, ਉਹਨਾਂ ਨਾਲ ਮੇਰਾ ਥੋੜ੍ਹਾ ਬਹੁਤਾ ਮੇਲ ਮਿਲਾਪ ਹੈ, ਇਸ ਕਰਕੇ ਮੈਂ ਵੀ ਬਹੁਤ ਵੱਡਾ। ਇਹ ਹੰਕਾਰ ਮੂਰਖ ਬੰਦਾ ਆਪਣੇ ਅੰਦਰ ਪੈਦਾ ਕਰ ਲੈਂਦਾ ਹੈ। ਜਿਵੇਂ ਘੁਮਿਆਰ ਦੇ ਕੁੱਤੇ ਦੇ ਚਿੱਤੜਾਂ ਨੂੰ ਗਾਰਾ ਲੱਗ ਜਾਵੇ, ਉਹ ਆਪਣੇ ਆਪ ਨੂੰ ਖਾਸ ਕਾਰੀਗਰ ਸਮਝਣ ਲੱਗ ਪੈਂਦਾ ਹੈ। ਹਾਲਾਂਕਿ ਗੱਲ ਤਾਂ ਸਿੱਧੀ ਜੀ ਹੈ, ਕੁੱਤਾ ਕੋਈ ਕਾਰੀਗਰ ਥੋੜ੍ਹਾ ਹੋ ਸਕਦਾ ਹੈ। ਭਾਵ ਹੈ ਕਿ ਜਿਹੜਾ ਬੰਦਾ ਘੁਮਿਆਰ ਦੇ ਭਾਂਡਿਆਂ ਦੀ ਕਦਰ ਕਰਦਾ ਹੈ ਅਤੇ ਉਹਨਾਂ ਵਰਗੇ ਭਾਂਡੇ ਤਾਂ ਨਹੀਂ ਬਣਾ ਸਕਦਾ, ਪਰ ਇਉਂ ਸਮਝਦਾ ਕਿ ਉੱਥੇ ਜਾਣ ਨਾਲ ਮੈਂ ਹੁਣ ਕਾਰੀਗਰ ਬਣ ਗਿਆ। ਜਿਵੇਂ ਘੁਮਿਆਰ ਦਾ ਕੁੱਤਾ ਵੀ ਆਪਣੇ ਆਪ ਨੂੰ ਵਧੀਆ ਕਾਰੀਗਰ ਘੁਮਿਆਰ ਸਮਝਣ ਲੱਗ ਪਵੇ, ਉਹੀ ਹਾਲਤ ਮੂਰਖ ਬੰਦੇ ਦੀ ਹੈ। ਆਪਣੇ ਵਡੇਰਿਆਂ ਦੀਆਂ ਵਡਿਆਈਆਂ ਘਰ ਘਰ ਜਾ ਕੇ ਸੁਣਾਉਣ ਵਾਲਾ ਮੂਰਖ ਹੀ ਮੰਨਿਆ ਜਾਂਦਾ ਹੈ। ਕਿਉਂਕਿ ਅੱਜ ਸਾਡੇ ਸਿੱਖਾਂ ਦੇ ਵਿੱਚ ਵੀ ਇਹੋ ਹੀ ਸੁਭਾਅ ਬਣਿਆ ਹੋਇਆ। ਗੁਰੂ ਸਾਹਿਬ ਦੀਆਂ ਵਡਿਆਈਆਂ ਬਹੁਤ ਕਰਦੇ ਨੇ, ਕੋਈ ਸ਼ੱਕ ਨਹੀਂ, ਕਰਨੀਆਂ ਚਾਹੀਦੀਆਂ ਨੇ,
पर कदी आप भी कुछ करके विखाओगे, कदी आप भी गुणवान बनोगे, परोपकारी बनोगे। गुरु दियाँ वਡਿਆਈਆਂ करके भीख मंगनी, उगराहियां करनियां ਤੇ ਕਾਰ ਸੇਵਾ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਠੱਗੀਆਂ ਮਾਰਨੀਆਂ ਤੇ ਕੁਰਾਹੇ ਪੈ ਜਾਣਾ, ਆਪਣੀ ਕੌਮ ਨੂੰ ਹੀ ਡੋਬ ਦੇਣਾ, ਰਾਜਨੀਤੀ ਵਿੱਚ ਵੀ ਗਰਕ ਹੋ ਜਾਣਾ, ਭ੍ਰਿਸ਼ਟਾਚਾਰ ਕਰਨਾ, ਗੁਰਦੁਆਰਿਆਂ ਦੇ ਵਿੱਚ ਵੀ ਭ੍ਰਿਸ਼ਟਾਚਾਰ ਸਾਰੇ ਪਾਸੇ ਫੈਲਾ ਦੇਣਾ। ਪਰ ਵਡਿਆਈਆਂ ਆਪਣੇ ਗੁਰੂ ਦੀਆਂ ਬਹੁਤ ਕਰਨੀਆਂ, ਇਹਨਾਂ ਦਾ ਕੀ ਫਾਇਦਾ ਜਦੋਂ ਤੁਸੀਂ ਆਪਣੇ ਆਪ ਨੂੰ ਬੁਰਾਈਆਂ ਤੋਂ ਨਹੀਂ ਸੁਧਾਰਿਆ। ਫਿਰ ਗੱਪਾਂ ਮਾਰਨ ਦਾ ਕੀ ਫਾਇਦਾ ਹੋਇਆ, ਇਹਦਾ ਤਾਂ ਨੁਕਸਾਨ ਹੀ ਹੋਵੇਗਾ। ਚਾਹੀਦਾ ਤਾਂ ਇਹ ਸੀ ਕਿ ਖੁਦ ਕੋਈ ਚੰਗੇ ਕਾਰਜ ਕਰਕੇ ਆਮ ਇਨਸਾਨ ਸੋਭਾ ਖੱਟਦਾ ਤਾਂ ਉਹਦਾ ਸਮਾਜ ਦੇ ਵਿੱਚ ਸੱਚਾ ਸਤਿਕਾਰ ਹੋਣਾ ਸੀ, ਨਹੀਂ ਤੇ ਕੇਵਲ ਲੋਕਾਂ ਨੂੰ ਧੋਖਾ ਦੇਣ ਦਾ ਯਤਨ ਕਰਦਾ ਹੈ। ਇੱਥੇ ਅਗਲੀ ਉਦਾਹਰਣ ਹੈ, ਕਿਸੇ ਵੱਡੀ ਜਥੇਬੰਦੀ ਦਾ ਮੁਖੀ ਹੋ ਕੇ ਆਪਣੇ ਸਾਥੀਆਂ ਨੂੰ ਕੁਰਾਹੇ ਪਾ ਦੇਵੇ ਤੇ ਖੁਦ ਚੁਰਾਹੇ ਵਿੱਚ ਲੰਮਾ ਪੈ ਕੇ ਸੌਂ ਜਾਵੇ ਤਾਂ ਸਾਰੇ ਉਸ ਦੇ ਸੰਗੀ ਸਾਥੀ ਬਰਬਾਦ ਹੀ ਹੋਣਗੇ। ਉਹ ਤਾਂ ਇਹੀ ਸੋਚਣਗੇ ਕਿ ਸਾਡੇ ਆਗੂ ਨੇ ਸਾਨੂੰ ਕਿਸੇ ਤਣ ਪੱਤਣ ਲਾਉਣਾ ਹੈ, ਕਿਸੇ ਰਾਹ ਪਾਉਣਾ ਹੈ, ਪਰ ਉਹ ਤਾਂ ਉਹਨੂੰ ਕੁਰਾਹੇ ਪਾ ਕੇ ਆਪ ਕਿਤੇ ਜਾ ਕੇ ਪਾਸੇ ਹੋ ਕੇ ਸੌਂ ਗਿਆ, ਐਸ਼ਪ੍ਰਸਤੀ ਕਰ ਰਿਹਾ, ਜਾਂ ਕਿਸੇ ਵੱਡੀ ਸਰਕਾਰ ਦੇ ਪੈਰਾਂ 'ਚ ਪੈ ਗਿਆ, ਆਪਣੀਆਂ ਘਰੇਲੂ ਲੋੜਾਂ ਵਾਸਤੇ ਧਨ ਪਦਾਰਥ ਉਹਨਾਂ ਤੋਂ ਲੈ ਲਿਆ ਤੇ ਆਪਣੀ ਕੌਮ ਪਵੇ ਢੱਠੇ ਖੂਹ ਦੇ ਵਿੱਚ। ਇਹ ਸਿੱਖਾਂ ਦੇ ਨਾਲ ਬਹੁਤ ਵੱਡੇ ਪੈਮਾਨੇ 'ਤੇ ਹੁੰਦਾ ਆ ਰਿਹਾ ਹੈ। ਇਸੇ ਤਰ੍ਹਾਂ ਪੱਕੀਆਂ ਹੋਈਆਂ ਫਸਲਾਂ ਉੱਤੇ ਜੇ ਬੇਮੌਸਮਾ ਮੀਂਹ ਪੈ ਜਾਵੇ, ਗੜੇ ਪੈ ਜਾਣ ਤਾਂ ਕਿਸਾਨ ਦੀ ਸਾਰੀ ਮਿਹਨਤ ਵਿਅਰਥ ਚਲੀ ਜਾਂਦੀ ਹੈ। ਇਸੇ ਤਰ੍ਹਾਂ ਸਾਡੀਆਂ ਬਹੁਤ ਸਾਰੀਆਂ ਕੀਤੀਆਂ ਕਰਾਈਆਂ ਕਿਸੇ ਗਲਤੀ ਦੇ ਕਾਰਨ ਬਰਬਾਦ ਹੋ ਜਾਂਦੀਆਂ ਨੇ। ਗਲਤੀ ਛੋਟੀ ਜਿਹੀ ਹੁੰਦੀ ਹੈ, ਅਸੀਂ ਮਿਹਨਤ ਬਹੁਤ ਕੀਤੀ ਹੁੰਦੀ ਹੈ, ਪਰ ਉਹ ਛੋਟੀ ਗਲਤੀ ਵੀ ਵੱਡੀਆਂ ਮਿਹਨਤਾਂ ਨੂੰ ਬਰਬਾਦ ਕਰਕੇ ਰੱਖ ਦਿੰਦੀ ਹੈ। ਬੰਦਾ ਲੰਮੇ ਸਮੇਂ ਤੱਕ ਪਛਤਾਉਂਦਾ ਰਹਿੰਦਾ ਹੈ ਕਿ ਇਹ ਮੇਰੇ ਨਾਲ ਕੀ ਵਾਪਰ ਗਿਆ। ਦੋਗਲੀ ਨੀਤੀ ਵਾਲਾ ਦੁਸ਼ਟ ਬੰਦਾ ਸਦਾ ਖੁਦ ਦੁੱਖ ਭੋਗਦਾ ਹੈ ਤੇ ਆਪਣੇ ਭਾਈਚਾਰੇ ਨੂੰ ਦੁਖੀ ਕਰਦਾ ਹੈ। ਉਹ ਕਲੰਕ ਹੁੰਦਾ ਹੈ ਆਪਣੇ ਭਾਈਚਾਰੇ 'ਤੇ। ਜਿਵੇਂ ਵਿਗੜੇ ਹੋਏ ਬਲਦ ਨੂੰ ਹਲ ਜੋੜ ਲਈਏ ਤਾਂ ਉਹ ਠੀਕ ਤਰੀਕੇ ਕੰਮ ਨਹੀਂ ਕਰਦਾ ਤੇ ਮਾਲਕ ਕਿਸਾਨ ਦੀ ਸਦਾ ਮਾਰ ਖਾਂਦਾ ਰਹਿੰਦਾ ਹੈ। ਤੇ ਇਹੋ ਜਿਹੇ ਵਿਗੜੇ ਹੋਏ ਬੈੜਕੇ ਨੂੰ, ਬਲਦ ਨੂੰ ਜੇ ਦਾਗ ਦੇ ਕੇ ਪਿੰਡ ਦੇ ਵਿੱਚ ਛੱਡ ਵੀ ਦਈਏ ਤਾਂ ਵੀ ਉਹ ਲੋਕਾਂ ਦੀਆਂ ਫਸਲਾਂ ਹੀ ਉਜਾੜਦਾ ਹੈ, ਉਹਦਾ ਫਾਇਦਾ ਬਹੁਤਾ ਨਹੀਂ ਹੁੰਦਾ। ਇਸੇ ਤਰ੍ਹਾਂ ਮੂਰਖ ਬੰਦਿਆਂ ਦੀ ਹਾਲਤ ਹੈ, ਜਿਹੜੇ ਨੁਕਸਾਨ ਤਾਂ ਬਹੁਤ ਕਰਦੇ ਨੇ ਪਰ ਫਾਇਦਾ ਕੋਈ ਵੀ ਨਹੀਂ ਕਰਦੇ। ਇਸੇ ਤਰ੍ਹਾਂ ਭਾਈ ਦੁਬਾਜਰੇ ਬੰਦੇ ਦਾ ਹਾਲ ਹੈ ਤੇ ਜਿਹੜੇ ਆਪਣੇ ਹੀ ਲੋਕਾਂ ਦਾ ਘਾਣ ਕਰਦੇ ਨੇ ਪਰ ਫਾਇਦਾ ਕੋਈ ਵੀ ਨਹੀਂ ਕਰਦੇ। ਬਚੋ ਇਹਨਾਂ ਦੁਬਾਜਰੇ ਬੰਦਿਆਂ ਤੋਂ। ਭਾਈ ਗੁਰਦਾਸ ਜੀ ਨੇ ਇੰਨੀਆਂ ਉਦਾਹਰਣਾਂ ਦੇ ਦੇ ਕੇ ਇੰਨਾ ਸੱਚ ਸਾਡੇ ਸਾਹਮਣੇ ਰੱਖਿਆ, ਪਰ ਅਸੀਂ ਪੜ੍ਹਨ ਨੂੰ ਸਮਝਣ ਨੂੰ ਤਿਆਰ ਨਹੀਂ ਹੈਗੇ। ਵਾਹ ਭਾਈ ਗੁਰਦਾਸ ਜੀ, ਬਲਿਹਾਰ ਜਾਮਾ ਵਾਹ। ਤੇ ਇਹਦੇ 'ਤੇ ਖੂਬ ਹੱਸਿਆ ਜਾ ਸਕਦਾ ਹੈ ਕਿ ਸਾਡੇ ਕਿੰਨੇ ਮੂਰਖ ਲੋਕ ਨੇ ਅੱਜ ਤੱਕ ਵੀ ਅਜਿਹੇ ਭੈੜੇ ਕੰਮ ਕਰਦੇ ਆ ਰਹੇ ਨੇ। ਆਖੋ ਸਤਨਾਮ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਵਿਅੰਗ ਨੰਬਰ 45। ਭਾਈ ਗੁਰਦਾਸ ਜੀ ਅਗਲੀ ਪੌੜੀ ਜਿਹੜੀ ਕਿ ਵਾਰ ਨੰਬਰ 36 ਪੌੜੀ ਨੰਬਰ 16 ਦੇ ਵਿੱਚ ਜੋ ਕਮਾਲ ਦਾ ਵਿਚਾਰ ਪੇਸ਼ ਕਰਦੇ ਨੇ, ਆਓ ਉਹਨੂੰ ਧਿਆਨ ਨਾਲ ਸੁਣੋ, ਸਮਝੋ। ਘੰਟ ਕਢਾਇਆ ਚੂਹਿਆਂ, ਗਲ ਬਿੱਲੀ ਪਾਈ ਐ, ਮਤਾ ਪਕਾਇਆ ਮੱਖੀਆਂ, ਘੀ ਅੰਦਰ ਨਹਾਈ ਐ, ਸੂਤਕ ਲਹੈ ਨਾ ਕੀੜਿਆਂ, ਕਿਉਂ ਝੱਥ ਲੰਘਾਈ ਐ, ਸਾਵਣ ਬਹਿਣ ਭੰਬੀਰੀਆਂ, ਜੇ ਪਾਰ ਵਸਾਈ ਐ, ਕੂੰਜੜੀਆਂ ਬੈਸਾਖ ਵਿੱਚ, ਜਿਉਂ ਖੂਹ ਪਰਾਈ ਐ, ਜਿਉਂ ਜੂਹ ਪਰਾਈ ਐ, ਬਿਨ ਗੁਰ ਮੁਕਤ ਨ ਹੋਵੀ, ਫਿਰ ਆਈ ਐ ਜਾਈ ਐ। ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਨੇ ਹੋਰ ਕਰਾਰੇ ਵਿਅੰਗ ਕੀਤੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ, ਹੇ ਭਾਈ, ਸਾਰੇ ਚੂਹੇ ਸਲਾਹਾਂ ਤਾਂ ਬਹੁਤ ਕਰਦੇ ਨੇ ਕਿ ਆਓ ਰਲ ਕੇ ਬਿੱਲੀ ਦੇ ਗਲ 'ਚ ਟੱਲੀ ਪਾਈਏ। ਉਹ ਚੁੱਪ ਚਪੀਤੇ ਆ ਜਾਂਦੀ ਹੈ ਤੇ ਜਦੋਂ ਵੀ ਇੱਧਰ ਉਹਦਾ ਦਾ ਲੱਗਦਾ ਅਸੀਂ ਅਵੇਸਲੇ ਹੋ ਜਾਂਦੇ ਹਾਂ। ਸਾਡੇ 'ਚੋਂ ਵੀ ਕਿਸੇ ਨੂੰ ਵੀ ਆ ਕੇ ਸੰਘੀ ਤੋਂ ਫੜ ਲੈਂਦੀ ਹੈ ਤੇ ਮਾਰ ਕੇ ਖਾ ਜਾਂਦੀ ਹੈ। ਆਪਾਂ ਕਿਉਂ ਨਾ ਬਿੱਲੀ ਦੇ ਗਲ 'ਚ ਟੱਲੀ ਪਾ ਦਈਏ ਤਾਂ ਕਿ ਜਦੋਂ ਬਿੱਲੀ ਸਾਡੇ ਵੱਲ ਆਵੇ ਸਾਨੂੰ ਖੜਾਕ ਸੁਣ ਜਾਵੇ ਤੇ ਦੌੜ ਕੇ ਖੱਡਾਂ 'ਚ ਵੜ ਜਾਈਏ। ਚਲੋ ਆਪਾਂ ਬਿੱਲੀ ਦੇ ਗਲ 'ਚ ਟੱਲੀ ਪਾ ਦਿੰਦੇ ਹਾਂ, ਪਰ ਉਹ ਟੱਲੀ ਕਦੀ ਵੀ ਨਹੀਂ ਪਾ ਸਕਦੇ, ਕਿਉਂਕਿ
ਜਦੋਂ ਬਿੱਲੀ ਦੇ ਨੇੜੇ ਜਾਣ ਦਾ ਮੌਕਾ ਆਉਂਦਾ ਹੈ, ਉਹਨਾਂ ਦੇ ਆਪਣੇ ਪ੍ਰਾਣ ਖੁਸ਼ਕ ਹੋ ਜਾਂਦੇ ਨੇ, ਪਸੀਨੇ ਛੁੱਟ ਪੈਂਦੇ ਨੇ, ਪਰ ਬਿੱਲੀ ਦੇ ਨੇੜੇ ਜਾਵੇ ਕਿਹੜਾ। ਉਹਨਾਂ ਦੀਆਂ ਉਮਰਾਂ ਬੀਤ ਜਾਂਦੀਆਂ ਨੇ, ਪੀੜ੍ਹੀਆਂ ਦਰ ਪੀੜ੍ਹੀਆਂ ਬੀਤ ਜਾਂਦੀਆਂ ਨੇ, ਅੱਜ ਤੱਕ ਬਿੱਲੀ ਦੇ ਗਲ 'ਚ ਚੂਹੇ ਟੱਲੀ ਥੋੜ੍ਹਾ ਪਾ ਸਕਦੇ ਨੇ। ਮੱਖੀਆਂ ਨੇ ਸਲਾਹ ਕਰ ਲਈ ਕਿ ਆਓ ਘਿਓ ਵਿੱਚ ਇਸ਼ਨਾਨ ਕਰੀਏ, ਕਿਉਂਕਿ ਮੱਖੀਆਂ ਘਿਓ 'ਤੇ ਬਹੁਤ ਬਹਿ ਜਾਂਦੀਆਂ ਨੇ, ਅਤੇ ਉਹਨਾਂ ਨੇ ਸੋਚਿਆ ਵੀ ਘਿਓ ਬਹੁਤ ਚੰਗੀ ਚੀਜ਼ ਹੈ, ਆਪਾਂ ਇਸ਼ਨਾਨ ਹੀ ਕਰ ਲਈਏ ਘਿਓ ਦੇ ਵਿੱਚ। ਪਰ ਇਸ਼ਨਾਨ ਘਿਓ ਦੇ ਵਿੱਚ ਨਹੀਂ ਕਰ ਸਕਦੀਆਂ। ਜਿਹੜੀ ਮੱਖੀ ਘਿਓ ਦੇ ਉੱਤੇ ਆ ਕੇ ਬੈਠ ਗਈ, ਉਹਨੇ ਮਾਰੀ ਜਾਣਾ, ਉਹਦੇ ਖੰਭਾਂ ਨੂੰ ਚਿਕਣਾਈ ਲੱਗ ਜਾਣੀ ਹੈ। ਆਪਾਂ ਆਮ ਹੀ ਕਹਿ ਦਿੰਦੇ ਹਾਂ ਕਿ ਫਲਾਣਾ ਤਾਂ ਘਿਓ ਦੇ ਵਿੱਚੋਂ ਮੱਖੀ ਵਾਂਗੂ ਕੱਢ ਕੇ ਬਾਹਰ ਮਾਰਿਆ। ਮੱਖੀ ਬੇਬਸ ਹੋ ਜਾਂਦੀ ਹੈ ਘਿਓ 'ਚ ਡਿੱਗ ਕੇ, ਅਤੇ ਉਹਨੂੰ ਤੀਲੇ ਨਾਲ ਕੱਢ ਕੇ ਬਾਹਰ ਸੁੱਟ ਦਈਦਾ, ਅਤੇ ਮੁੜ ਕੇ ਉਹ ਕਿਸੇ ਕੰਮ ਜੋਗੀ ਨਹੀਂ ਰਹਿੰਦੀ, ਆਪਣੀ ਜ਼ਿੰਦਗੀ ਗਵਾ ਬਹਿੰਦੀ ਹੈ। ਮਰ ਜਾਣਗੀਆਂ ਮੱਖੀਆਂ, ਪਰ ਇਹ ਇਸ਼ਨਾਨ ਨਹੀਂ ਕਰ ਸਕਦੀਆਂ। ਕੀੜੀਆਂ ਨੇ ਮੌਤ ਦਾ ਪਾਪ ਸੂਤਕ ਲਾਉਣਾ ਚਾਹਿਆ, ਕਿਉਂਕਿ ਕਹਿੰਦੇ ਨੇ ਕੀੜੇ ਆਮ ਤੌਰ 'ਤੇ ਰਸਤਿਆਂ ਦੇ ਵਿੱਚੋਂ ਦੀ ਉਹਨਾਂ ਦੇ ਭੌਣ ਬਣੇ ਹੁੰਦੇ ਨੇ, ਖੱਬੇ ਸੱਜੇ ਜਾਂਦੇ ਨੇ, ਪਰ ਉਹਨਾਂ ਰਸਤਿਆਂ ਦੇ ਉੱਤੋਂ ਦੀ ਮਨੁੱਖ ਜਾਂ ਪਸ਼ੂ ਜਦੋਂ ਲੰਘਦੇ ਨੇ ਤਾਂ ਉਹ ਪੈਰਾਂ ਥੱਲੇ ਕੀੜੇ ਲਤਾੜੇ ਜਾਂਦੇ ਨੇ, ਮਰਦੇ ਰਹਿੰਦੇ ਨੇ। ਅਤੇ ਕੀੜਿਆਂ ਨੇ ਵੀ ਇੱਕ ਦਿਨ ਸਲਾਹ ਕੀਤੀ ਕਿ ਜਿਹੜਾ ਮੌਤ ਦਾ ਸਾਡੇ 'ਤੇ ਸੂਤਕ ਪਾਤਕ ਲੱਗਿਆ, ਪਾਪ ਲੱਗਦਾ, ਉਹਨੂੰ ਆਪਾਂ ਪਾਪ ਨੂੰ ਉਤਾਰੀਏ। ਰੋਜ਼ ਮਰਦੇ ਹਾਂ, ਕਿਵੇਂ ਆਪਾਂ ਇਹਨੂੰ ਉਤਾਰੀਏ। ਕੀੜਿਆਂ ਨੇ ਮੌਤ ਦਾ ਪਾਪ ਲਾਉਣਾ ਚਾਹਿਆ, ਪਰ ਉਹ ਤਾਂ ਰੋਜ਼ ਮਰਦੇ ਹਨ, ਉਹ ਸੂਤਕ ਦਾ ਇਹੋ ਜਿਹਾ ਪਾਪ ਕਿਵੇਂ ਉਤਾਰਨਗੇ। ਸਾਵਣ ਦੇ ਮਹੀਨੇ ਭੰਬੀਰੀ ਅਤੇ ਤਿਤਲੀਆਂ ਬਹੁਤ ਪੈਦਾ ਹੁੰਦੀਆਂ ਹਨ, ਪਰ ਸਦਾ ਨਹੀਂ ਰਹਿੰਦੀਆਂ, ਥੋੜ੍ਹੇ ਸਮੇਂ ਵਾਸਤੇ ਪੈਦਾ ਹੋ ਕੇ ਉਡਾਰੀਆਂ ਲਾ ਕੇ ਟਪੂਸੀਆਂ ਮਾਰ ਕੇ ਉਹ ਮਰ ਜਾਂਦੀਆਂ ਨੇ, ਖੰਭ ਝੜ ਜਾਂਦੇ ਨੇ, ਉਹਨਾਂ ਦੀ ਉਮਰ ਲੰਮੀ ਨਹੀਂ ਹੁੰਦੀ। ਇਸੇ ਤਰ੍ਹਾਂ ਕੂੰਜਾਂ ਸਿਆਲ ਵਿੱਚ ਆਉਂਦੀਆਂ ਨੇ ਅਤੇ ਵਿਸਾਖ ਵਿੱਚ ਵਾਪਸ ਚਲੀਆਂ ਜਾਂਦੀਆਂ ਨੇ। ਉਹ ਸਦਾ ਮੈਦਾਨੀ ਇਲਾਕਿਆਂ ਵਿੱਚ ਨਹੀਂ ਰਹਿੰਦੀਆਂ, ਅਤੇ ਸਦਾ ਉਹ ਠੰਡ 'ਚ ਵੀ ਨਹੀਂ ਰਹਿ ਸਕਦੀਆਂ। ਉਹਨਾਂ ਦੀ ਯਾਤਰਾ ਕਦੀ ਇੱਧਰ ਕਦੀ ਉੱਧਰ ਆਪਣੀ ਖੁਰਾਕ ਵਾਸਤੇ ਚੱਲਦੀ ਰਹਿੰਦੀ ਹੈ। ਇਸੇ ਤਰ੍ਹਾਂ ਜਿੰਨੇ ਮਰਜ਼ੀ ਪਖੰਡੀ ਸਾਧਾਂ ਜਾਂ ਝੂਠੇ ਗੁਰੂ ਪੀਰਾਂ ਅੱਗੇ ਨੱਕ ਰਗੜੋ, ਇਹ ਸਭ ਵਿਅਰਥ ਹੈ। ਜੀਵਨ ਰਾਹ ਸੱਚੇ ਗੁਰੂ ਤੋਂ ਮਿਲੇਗਾ। ਬਲਿਹਾਰ ਜਾਈਏ। ਭਾਈ ਗੁਰਦਾਸ ਜੀ, ਤੁਹਾਡੇ ਵਿਅੰਗ ਦਾ ਜਵਾਬ ਨਹੀਂ। ਪੜ੍ਹਾਈ ਲਿਖਾਈ ਵਾਲੇ ਹਾਲਾਤ ਅਤੇ ਸਾਧਨ ਨਾ ਹੋਣ ਦੇ ਬਾਵਜੂਦ ਅੱਜ ਤੋਂ 400 ਸਾਲ ਪਹਿਲਾਂ ਕਿੰਨਾ ਵਿਸ਼ਾਲ ਤੁਸੀਂ ਅਧਿਐਨ ਕੀਤਾ, ਮਹਿਸੂਸ ਕਰਕੇ ਅਚੰਭੇ ਵਿੱਚ ਪੈ ਜਾਈਦਾ। ਜਿਸ ਪੱਖ ਬਾਰੇ ਭਾਈ ਗੁਰਦਾਸ ਜੀ ਲਿਖਣ ਲੱਗਦੇ ਹਨ, ਪਾਠਕਾਂ ਦੇ ਕਪਾਟ ਖੋਲ੍ਹਦੇ ਚਲੇ ਜਾਂਦੇ ਹਨ। ਅਰਥ ਤਾਂ ਗੁਰਬਾਣੀ ਭੇਪੀ ਅੱਜ ਤੱਕ ਪ੍ਰੋਫੈਸਰ ਸਾਹਿਬ ਸਿੰਘ ਨੂੰ ਛੱਡ ਕੇ ਵਧੀਆ ਤਰੀਕੇ ਦੇ ਕਿਸੇ ਨੇ ਵੀ ਨਹੀਂ ਕੀਤੇ। ਭਾਈ ਗੁਰਦਾਸ ਦੀਆਂ ਰਚਨਾਵਾਂ ਨੂੰ ਤਾਂ ਮਾਨੋ ਚੰਗੀ ਤਰ੍ਹਾਂ ਕਿਸੇ ਨੇ ਪੜ੍ਹ ਕੇ ਵੀ ਨਹੀਂ ਵੇਖਿਆ। ਕਵਿੱਤ ਸਵਈਏ ਅਤੇ ਵਾਰਾਂ ਦੇ ਅਗਰ ਵਧੀਆ ਅਰਥ ਹੋ ਜਾਂਦੇ ਤਾਂ ਗੁਰਬਾਣੀ ਨੂੰ ਸਮਝਣ ਵਿੱਚ ਸਿੱਖਾਂ ਲਈ ਬਹੁਤ ਸੌਖ ਹੋਣੀ ਸੀ। ਨਾਲ ਹੀ ਪਾਠਕਾਂ ਦੇ ਗਿਆਨ ਵਿੱਚ ਅਥਾਹ ਵਾਧਾ ਹੋ ਜਾਣਾ ਸੀ। ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਭਾਈ ਗੁਰਦਾਸ ਦੀਆਂ 40 ਵਾਰਾਂ ਹਨ, ਇਹਨਾਂ 'ਤੇ ਆਧਾਰਿਤ ਊਚ ਪਾਏ ਦੀਆਂ 40 ਕਿਤਾਬਾਂ ਤਿਆਰ ਹੋ ਸਕਦੀਆਂ ਹਨ। ਹੋਰ ਇਹਨਾਂ ਦੇ 675 ਕਵਿੱਤ ਸਵਈਏ ਹਨ। 10 ਕਿਤਾਬਾਂ ਇਹਨਾਂ ਦੇ ਆਧਾਰਿਤ ਲਿਖੀਆਂ ਜਾ ਸਕਦੀਆਂ ਹਨ। ਅਫਸੋਸ ਕਿ ਸਾਡੇ ਆਖੇ ਜਾਂਦੇ ਬੁੱਧੀਜੀਵੀ ਜਾਂ ਪੜ੍ਹੇ ਲਿਖੇ ਮੂਰਖ ਕਾਲਪਨਿਕ ਕਹਾਣੀਆਂ ਬਹੁਤ ਲਿਖਦੇ ਨੇ, ਨਾਵਲ ਬਹੁਤ ਲਿਖਦੇ ਨੇ, ਬੇਸਿਰ ਪੈਰ ਦੀਆਂ ਇਸ਼ਕ ਮਜਾਜੀ ਵਾਲੀਆਂ ਕਿੱਸੇ ਕਹਾਣੀਆਂ ਬਹੁਤ ਲਿਖਦੇ ਨੇ, ਕਵਿਤਾਵਾਂ ਬਹੁਤ ਲਿਖਦੇ ਨੇ, ਅਤੇ ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ ਇਹਨਾਂ 'ਤੇ PhDਆਂ ਵੀ ਕਰਦੇ ਨੇ। ਪਰ ਇਨਸਾਨੀਅਤ ਨੂੰ ਸੇਧ ਦੇਣ ਵਾਲਾ ਸੱਚ 'ਤੇ ਆਧਾਰਿਤ ਲੇਖ ਕਿਤਾਬ ਕਦੇ ਕਦਾਈ ਹੀ ਨਜ਼ਰੀ ਪੈਂਦੀ ਹੈ। ਆਓ ਭਾਈ ਗੁਰਦਾਸ ਜੀ ਤੋਂ ਹਾਸ ਵਿਅੰਗ ਸਿੱਖੀਏ। ਇਹਨਾਂ ਨੇ ਆਪਣੀਆਂ ਰਚਨਾਵਾਂ 'ਚ ਜਿੱਥੇ ਗੰਭੀਰ ਤਰੀਕੇ ਨਾਲ ਸਾਨੂੰ ਸਿੱਖਿਆ ਦਿੱਤੀ ਹੈ, ਉੱਥੇ ਵਿਅੰਗਮਈ ਤਰੀਕੇ ਨਾਲ ਵੀ ਬਹੁਤ ਸਾਰੀ ਸਿੱਖਿਆ ਦਿੱਤੀ ਹੈ। ਇਹਨਾਂ ਦੀਆਂ ਰਚਨਾਵਾਂ ਧਿਆਨ ਨਾਲ ਪੜ੍ਹਨੀਆਂ ਬਹੁਤ ਜ਼ਰੂਰੀ ਨੇ, ਅਤੇ ਇਹ ਵਿਅੰਗ ਸਾਨੂੰ ਹੱਸ ਹੱਸ ਕੇ ਦੂਹਰਾ ਕਰਵਾ ਦਿੰਦੇ ਨੇ।
ਆਖੋ ਸਤਨਾਮ। ਹਸਤ ਖੇਲਤ ਤੇਰੇ ਦੇਹੁਰੇ ਆਇਆ। ਵਿਅੰਗ ਨੰਬਰ 46। ਭਾਈ ਗੁਰਦਾਸ ਜੀ ਵਾਰ 34ਵੀਂ ਪੌੜੀ ਨੰਬਰ 7। ਇਹਦੇ ਵਿੱਚ ਸਾਨੂੰ ਸਮਝਾਉਣ ਵਾਸਤੇ ਲਾਜਵਾਬ ਵਿਚਾਰ ਸਾਡੇ ਸਾਹਮਣੇ ਰੱਖਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਭੇਡੈ ਪੂਛਲ ਲੱਗਿਆਂ ਕਿਉਂ ਪਾਰ ਲੰਘੀ ਹੈ। ਲੋਕਾਂ ਦੇ ਵਿੱਚ ਭਰਮ ਪਿਆ ਹੋਇਆ ਸੀ ਕਿ ਗਾਂ ਦੀ ਪੂਛਲ ਪਕੜ ਕੇ ਅਵਤਰਣੀ ਨਦੀ ਤਰਿਆ ਜਾ ਸਕਦਾ ਹੈ। ਤਾਂ ਇਹ ਕਲਪਨਾ 'ਤੇ ਆਧਾਰਿਤ, ਪਰ ਜੇ ਇਉਂ ਮੰਨ ਲਈਏ ਕਿ ਆਮ ਦਰਿਆਵਾਂ ਦੇ ਵਿੱਚੋਂ ਦੀ ਪਸ਼ੂ ਤਰ ਕੇ ਲੰਘ ਸਕਦੇ ਨੇ, ਤਾਂ ਉਸ ਤਰ ਰਹੇ ਪਸ਼ੂ ਦੀ ਪੂਛਲ ਪਕੜ ਕੇ ਬੰਦਾ ਪਾਰ ਹੋ ਜਾਂਦਾ। ਕੁਝ ਆਪ ਹਿੰਮਤ ਕਰੇ ਤੇ ਕੁਝ ਗਾਂ ਮੱਝ ਦੀ ਪੂਛਲ ਪਕੜ ਕੇ ਸਹਾਰਾ ਮਿਲ ਜਾਂਦਾ, ਉਹ ਦਰਿਆ ਪਾਰ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਰ ਜੇ ਕੋਈ ਬੰਦਾ ਭੇਡ ਦੀ ਪੂਛਲ ਪਕੜ ਕੇ ਦਰਿਆ ਤੋਂ ਪਾਰ ਲੰਘਣਾ ਚਾਹੇ, ਭੇਡ ਨੇ ਵੀ ਡੁੱਬਣਾ, ਉਸ ਬੰਦੇ ਨੇ ਵੀ ਡੁੱਬ ਜਾਣਾ। ਉਹ ਭੇਡ ਭਾਈ ਤੁਹਾਨੂੰ ਪਾਰ ਨਹੀਂ ਲਾ ਸਕਦੀ। ਇਹ ਤਾਂ ਵੱਡਾ ਜਾਨਵਰ ਜਿਵੇਂ ਗਾਂ ਮੱਝ ਆਦਿਕ, ਇਹ ਤੁਹਾਨੂੰ ਦਰਿਆ ਤੋਂ ਪਾਰ ਲਾ ਸਕਦੀ ਹੈ ਜੇ ਤੁਹਾਨੂੰ ਆਪ ਤਰਨਾ ਨਹੀਂ ਆਉਂਦਾ। ਪਰ ਮੂਰਖ ਬੰਦੇ ਭੇਡਾਂ ਦੀਆਂ ਪੂਛਾਂ ਪਕੜੀ ਫਿਰਦੇ ਨੇ ਤੇ ਡੁੱਬ ਜਾਂਦੇ ਨੇ, ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਭੂਤਾ ਕੇਰੀ ਦੋਸਤੀ ਨਿਤ ਸਹਿਸਾ ਜੀ ਹੈ। ਤੇ ਜੇ ਕੋਈ ਭੂਤਾਂ ਪ੍ਰੇਤਾਂ ਨਾਲ ਦੋਸਤੀ ਪਾ ਲਵੇ, ਦੋਸਤੀ ਤੋਂ ਭਾਵ ਹੈ ਭੂਤਾਂ ਪ੍ਰੇਤਾਂ ਨੂੰ ਮੰਨਦਾ ਹੈ, ਕੋਈ ਮੱਥੇ ਟੇਕਦਾ ਹੈ, ਭੂਤਾਂ ਪ੍ਰੇਤਾਂ ਨੂੰ ਖੁਸ਼ ਕਰਨ ਵਾਸਤੇ ਦੀਵੇ ਬਾਲਦਾ ਹੈ। ਤੇ ਜਿਹੜੇ ਸਾਧ ਸੰਤ ਬਾਬੇ ਪੁਜਾਰੀ ਆਦਿਕ ਲੋਕਾਂ ਦੇ ਅੰਦਰ ਦਹਿਸ਼ਤ ਪਾ ਦਿੰਦੇ ਨੇ ਕਿ ਤੁਸੀਂ ਇਹਨਾਂ ਦਿਨਾਂ ਤੇ ਇਹਨਾਂ ਥਾਵਾਂ ਤੇ ਜਾ ਕੇ ਦੀਵਾ ਬਾਲਣਾ, ਉੱਥੇ ਮੱਥਾ ਟੇਕਣਾ, ਇੰਨਾ ਚੜਾਵਾ ਚੜਾਉਣਾ, ਉੱਥੇ ਆਹ ਮੰਤਰ ਪੜ੍ਹਨਾ, ਤੇ ਜੇ ਕਿਤੇ ਦੀਵਾ ਤੁਸੀਂ ਨਾ ਬਾਲਿਆ ਤੁਹਾਡਾ ਬਹੁਤ ਨੁਕਸਾਨ ਹੋ ਜਾਣਾ। ਤੋ ਇਸ ਤਰ੍ਹਾਂ ਜਿਹੜੇ ਬੰਦੇ ਇਹਨਾਂ ਭੂਤਾਂ ਪ੍ਰੇਤਾਂ ਤੇ ਵਿਸ਼ਵਾਸ ਰੱਖਦੇ ਨੇ ਤਾਂ ਉਹ ਥਰ-ਥਰ ਕੰਬਦੇ ਰਹਿੰਦੇ ਨੇ, ਅੰਦਰੋਂ ਉਹਨਾਂ ਦੇ ਡਰ ਬੈਠ ਜਾਂਦਾ। ਉਹ ਕਦੀ ਵੀ ਦਲੇਰੀ ਨਾਲ ਕੋਈ ਕੰਮ ਨਹੀਂ ਕਰ ਸਕਦੇ। ਉਹ ਜੇ ਕਿਤੇ ਕੋਈ ਗਲਤੀ ਉਹਨਾਂ ਦੀ ਆਪਣੀ ਅਣਜਾਣਪੁਣੇ ਦੇ ਕਾਰਨ ਵੀ ਹੋ ਜਾਂਦੀ ਹੈ ਤਾਂ ਵੀ ਉਹਨਾਂ ਨੂੰ ਇਉਂ ਲੱਗਦਾ ਕਿ ਸਾਡੇ ਤੇ ਭੂਤ ਜੀ ਨਾਰਾਜ਼ ਹੋ ਗਏ ਨੇ। ਸੋ ਇਹ ਭੂਤਾਂ ਦੇ ਨਾਲ ਦੋਸਤੀ ਕਰਨ ਵਾਲੇ, ਮੱਥੇ ਟੇਕਣ ਵਾਲੇ ਸਦਾ ਹੀ ਆਪਣੇ ਆਪ ਨੂੰ ਖਤਰਿਆਂ ਦੇ ਵਿੱਚ ਮਹਿਸੂਸ ਕਰਦੇ ਨੇ, ਡਰੇ ਰਹਿੰਦੇ ਨੇ। ਨਦੀ ਕਿਨਾਰੇ ਰੁੱਖੜਾ ਵੇ ਸਾਹ ਨਾ ਕੀ ਹੈ। ਜਿਹੜਾ ਇੱਕ ਰੁੱਖ ਦਰਖਤ ਨਦੀ ਦੇ ਕਿਨਾਰੇ ਖੜਾ ਹੋਵੇ, ਉਹਦਾ ਕੋਈ ਪਤਾ ਨਹੀਂ ਅੱਜ ਡਿੱਗਿਆ ਕਿ ਕੱਲ੍ਹ ਡਿੱਗਿਆ, ਕਿਉਂਕਿ ਨਦੀ 'ਚ ਪਾਣੀ ਬਹੁਤਾ ਆ ਗਿਆ, ਉਹਨੇ ਕਿਨਾਰੇ ਢਾਹ ਦੇਣੇ ਨੇ, ਬਹੁਤੇ ਪਾਣੀ ਨੇ। ਤੇ ਜਦੋਂ ਮਿੱਟੀ ਖੁਰ ਗਈ, ਰੁੱਖ ਦੀਆਂ ਜੜ੍ਹਾਂ ਨੰਗੀਆਂ ਹੋ ਗਈਆਂ, ਉਹਨੇ ਵੀ ਧੈਂ ਕਰਕੇ ਡਿੱਗ ਪੈਣਾ। ਨਦੀਆਂ ਦੇ ਕਿਨਾਰਿਆਂ 'ਤੇ ਖਲੋਤੇ ਰੁੱਖਾਂ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ। ਇਸੇ ਤਰ੍ਹਾਂ ਜਿਨ੍ਹਾਂ ਦੀ ਕੋਈ ਜ਼ਿੰਦਗੀ ਦਾ ਵਿਸਾਹ ਨਹੀਂ ਤੇ ਜਿਨ੍ਹਾਂ ਦਾ ਕੋਈ ਟੀਚਾ ਨਹੀਂ, ਜਿਨ੍ਹਾਂ ਦਾ ਕੋਈ ਮਕਸਦ ਨਹੀਂ, ਉਹ ਵੀ ਇਸੇ ਤਰ੍ਹਾਂ ਬਰਬਾਦ ਹੋ ਜਾਂਦੇ ਨੇ। ਜਿਹੜੇ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖਦੇ, ਕੰਟਰੋਲ ਨਹੀਂ ਕਰਦੇ, ਭਵਿੱਖ ਦੀ ਰੂਪ ਰੇਖਾ ਨਹੀਂ ਉਲੀਕਦੇ, ਉਹ ਵੀ ਨਦੀ ਦੇ ਕਿਨਾਰੇ ਰੁੱਖ ਵਾਂਗ ਪਤਾ ਨਹੀਂ ਕਿਹੜੇ ਵੇਲੇ ਬਰਬਾਦ ਹੋ ਜਾਣਗੇ। ਆਪਣੇ ਆਪ ਨੂੰ ਸੰਭਾਲਣ ਦੀ ਲੋੜ ਹੈ। ਮਿਰਤਕ ਨਾਲ ਵਿਆਹੀ ਹੈ ਸੁਹਾਗਨ ਥੀ ਹੈ। ਜੇ ਕਿਸੇ ਮੁਰਦੇ ਲਾਸ਼ ਨਾਲ ਕਿਸੇ ਲੜਕੀ ਨੂੰ ਵਿਆਹ ਦਈਏ, ਕੀ ਉਹਨੂੰ ਤੁਸੀਂ ਸੁਹਾਗਣ ਆਖੋਗੇ? ਬਹੁਤੇ ਲੋਕਾਂ ਦੀ ਹਾਲਤ ਇਹੀ ਹੈ, ਮੁਰਦਿਆਂ ਵਰਗਾ ਜੀਵਨ ਜਿਉਂਦੇ ਨੇ ਤੇ ਜਾਂ ਮੁਰਦਿਆਂ ਦੇ ਪਿੱਛੇ ਲੱਗੇ ਹੋਏ ਨੇ, ਤੇ ਉਹਨਾਂ ਨੂੰ ਸੁਹਾਗਣ ਨਹੀਂ ਆਖ ਸਕਦੇ। ਚੰਗੇ ਇਨਸਾਨ, ਸਿਆਣੇ ਮਨੁੱਖ, ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ। ਉਹਨਾਂ ਦੀ ਹਾਲਤ ਤਾਂ ਉਹੀ ਹੈ ਜਿਵੇਂ ਘਰ ਵਾਲੇ ਆਪਣੀ ਮੂਰਖਤਾ ਦੇ ਕਾਰਨ ਕਿਸੇ ਮਰੇ ਪ੍ਰਾਣੀ ਨਾਲ ਕਿਸੇ ਲੜਕੀ ਨੂੰ ਵਿਆਹ ਦੇਣ ਤੇ ਉਹਨੂੰ ਸੁਹਾਗਣ ਕਹਿਣ। ਸੱਚ ਜਾਣਿਓ, ਅੱਜ ਤੱਕ ਵੀ ਭਾਰਤ ਦੇਸ਼ ਦੇ ਵਿੱਚ ਮੂਰਤੀਆਂ ਨਾਲ ਲੜਕੀਆਂ ਨੂੰ ਵਿਆਹ ਦਿੱਤਾ ਜਾਂਦਾ ਹੈ, ਜਾਂ ਫਿਰ ਕਿਸੇ ਸਾਧ ਬਾਬੇ ਦੀ ਆਤਮਾ ਨਾਲ ਲੜਕੀ ਨੂੰ ਵਿਆਹ ਦਿੱਤਾ ਜਾਂਦਾ ਹੈ। ਉਹ ਮਜਬੂਰ ਹੈ, ਉਹਦਾ ਆਪਣਾ ਕੋਈ ਜ਼ੋਰ ਨਹੀਂ ਚੱਲਦਾ। ਸਾਰਾ ਸਮਾਜ ਤੇ ਉਹਦੇ ਪਰਿਵਾਰ ਦੇ ਮੈਂਬਰ ਸਮੇਤ ਸਾਡੀਆਂ ਸਰਕਾਰਾਂ ਉਹਨਾਂ ਬੇਬਸ ਲੜਕੀਆਂ ਦੀ ਮਦਦ ਨਹੀਂ ਕਰਦੇ, ਤੇ ਇਸ ਤਰ੍ਹਾਂ ਉਹਨਾਂ ਲੜਕੀਆਂ ਨੂੰ ਝੂਠੀਆਂ ਸੁਹਾਗਣਾਂ ਕਹਿ ਦਿੱਤਾ ਜਾਂਦਾ, ਪਰ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਂਦੀ ਹੈ। ਮੁਰਦਿਆਂ ਦੀਆਂ ਰੂਹਾਂ ਨਾਲ ਜਾਂ ਮੂਰਤੀਆਂ ਨਾਲ ਉਹ ਲੜਕੀਆਂ ਵਿਆਹ ਦਿੱਤੀਆਂ ਜਾਂਦੀਆਂ ਨੇ, ਪਰ ਪੁਜਾਰੀ ਜਾਂ ਪਿੰਡ ਦੇ ਹੋਰ ਚੌਧਰੀ ਅਮੀਰ ਲੋਕ ਉਹਨਾਂ ਦੀ ਜ਼ਿੰਦਗੀ ਨਾਲ ਸਾਰੀ ਉਮਰ ਖਿਲਵਾੜ ਕਰਦੇ ਨੇ। ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਬਹੁਤ ਬੁਰੀ ਹਾਲਤ ਉਹਨਾਂ ਦੀ ਹੁੰਦੀ ਹੈ, ਜਿਹੜੀ ਕਿ ਬਿਆਨ ਵੀ ਨਹੀਂ ਕੀਤੀ ਜਾ ਸਕਦੀ।
इस तरह दीयां उदाहरणां भाई साहब जी साडे सामने रख रहे ने। मृतक नाल विआही है सुहाग न थीए, विस हलाहल बीज कै क्यों अम्यों लही है। जे ਅਸੀਂ ਆਪਣੇ ਖੇਤਾਂ ਵਿੱਚ ਜ਼ਹਿਰ ਬੀਜ ਦਈਏ ਤਾਂ ਉੱਥੋਂ ਅੰਮ੍ਰਿਤ ਥੋੜ੍ਹਾ ਪੈਦਾ ਹੋਵੇਗਾ। ਇੱਥੇ ਖੇਤਾਂ ਦੇ ਵਿੱਚ ਜ਼ਹਿਰ ਦਾ ਬੀਜ ਤਾਂ ਬੀਜਣ ਨੂੰ ਨਹੀਂ ਹੈ, ਪਰ ਇਹ 'ਤੇ ਪੱਕੀ ਗੱਲ ਹੈ, ਜੇ ਅਸੀਂ ਗਲਤ ਕੰਮ ਕਰਾਂਗੇ ਉਹਦਾ ਨਤੀਜਾ ਵੀ ਬੁਰਾ ਨਿਕਲੇਗਾ। ਜੇ ਅਸੀਂ ਅਕਲਮੰਦ ਨਹੀਂ ਹੋਵਾਂਗੇ ਤਾਂ ਲੁੱਟੇ ਜਾਵਾਂਗੇ। ਜੇ ਅਸੀਂ ਸਹੀ ਰਾਹ 'ਤੇ ਨਹੀਂ ਤੁਰ ਰਹੇ ਤਾਂ ਅਸੀਂ ਆਪਣਾ ਸਮਾਂ ਤੇ ਬਰਬਾਦ ਕਰਾਂਗੇ, ਪਰ ਮੰਜ਼ਿਲ 'ਤੇ ਕਦੀ ਵੀ ਨਹੀਂ ਪਹੁੰਚਾਂਗੇ। ਇਸੇ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜੇ ਚੰਗੇ ਪਾਸੇ ਸੁਧਾਰਨ ਵਾਲੇ ਪਾਸੇ ਨਹੀਂ ਲਾਵਾਂਗੇ ਤਾਂ ਬਰਬਾਦੀ ਆਪਣੀ ਵੀ ਹੋਵੇਗੀ, ਆਪਣੇ ਪਰਿਵਾਰ ਦੀ ਵੀ ਹੋਵੇਗੀ, ਕਈ ਵਾਰੀ ਤਾਂ ਸਮਾਜ ਦਾ ਵੀ ਮੂਰਖਾਂ ਦੇ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਹੈ। ਵਿਸ ਹਲਾਹਲ ਬੀਜ ਕੈ ਕਿਉਂ ਅਮਿਓ ਲਹੀ ਹੈ, ਬੇਮੁਖ ਸੇਤੀ ਪਿਰਹੜੀ ਜਮ ਡੰਡ ਸਹੀ ਹੈ। ਜਿਹੜਾ ਇਸੇ ਤਰ੍ਹਾਂ ਬੇਮੁਖ ਹੈ, ਮੂਰਖ ਇਨਸਾਨ ਹੈ, ਜੇ ਉਹਦੇ ਨਾਲ ਸਾਥ ਪਾਵਾਂਗੇ, ਉਹਨੂੰ ਆਪਣਾ ਦੋਸਤ ਮਿੱਤਰ ਬਣਾਵਾਂਗੇ, ਸਾਂਝ ਪਾਵਾਂਗੇ ਤਾਂ ਉਤੋਂ ਪ੍ਰਾਪਤੀ ਕੋਈ ਨਹੀਂ ਹੋਣੀ, ਬਰਬਾਦੀ ਬਹੁਤ ਹੋਣੀ ਹੈ, ਸਮੇਂ ਦੀ ਅਤੇ ਹੋਰ ਅਨੇਕਾਂ ਚੀਜ਼ਾਂ ਦੀ। ਗੁਰੂ ਪਿਆਰ ਵਾਲਿਓ, ਇਹ ਨਾ ਸਮਝ ਲੋਕੋ, ਦਰਿਆਵਾਂ ਤੋਂ ਪਾਰ ਲੰਘਣ ਲੱਗਿਆਂ ਅਣਜਾਣ ਬੰਦਾ ਗਊ ਦੀ ਪੂਛਲ ਫੜ ਕੇ ਤਾਂ ਪਾਰ ਲੰਘ ਜਾਂਦਾ, ਪਰ ਭੇਡ ਦੀ ਪੂਛਲ ਫੜ ਕੇ ਨਹੀਂ। ਭੂਤਾਂ ਪ੍ਰੇਤਾਂ ਨਾਲ ਦੋਸਤੀ ਪਾਉਣ ਵਾਲਾ, ਹਾਲਾਂਕਿ ਭੂਤ ਪ੍ਰੇਤ ਕਲਪਤ ਹੁੰਦੇ ਨੇ, ਸੱਚਾਈ ਨਹੀਂ ਹੁੰਦੀ, ਸਦਾ ਦਹਿਸ਼ਤ ਵਿੱਚ ਰਹਿੰਦਾ ਹੈ। ਦਰਿਆ ਦੇ ਕਿਨਾਰੇ ਖੜਾ ਰੁੱਖ ਪਾਣੀ ਦੀ ਖੋਰ ਨਾਲ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਜਵਾਨ ਲੜਕੀ ਨੂੰ ਮੁਰਦੇ ਨਾਲ ਵਿਆਹ ਕੇ ਉਹ ਸੁਹਾਗਣ ਨਹੀਂ ਤੁਸੀਂ ਬਣਾ ਸਕਦੇ। ਖੇਤਾਂ ਵਿੱਚ ਜ਼ਹਿਰੀਲੀ ਬੂਟੀ ਤੇਲੀਆ ਆਦਿਕ ਬੀਜ ਕੇ ਅੰਮ੍ਰਿਤ ਵਰਗੀ ਚੰਗੀ ਫਸਲ ਤੁਸੀਂ ਨਹੀਂ ਲੈ ਸਕਦੇ। ਇਸੇ ਤਰ੍ਹਾਂ ਮਨਮੁੱਖਾਂ ਨਾਲ ਦੋਸਤੀ ਪਾਉਣ ਵਾਲਿਆਂ ਦਾ ਜੀਵਨ ਬਰਬਾਦ ਹੋ ਜਾਂਦਾ ਹੈ ਨਾ ਕਮਾਲ ਦੇ ਵਿਅੰਗ। ਆਓ ਆਪਾਂ ਭਾਈ ਗੁਰਦਾਸ ਜੀ ਤੋਂ ਇਹੋ ਜਿਹੇ ਵਿਅੰਗਾਂ ਰਾਹੀਂ ਕੁਝ ਸਿੱਖੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਈਏ। ਆਖੋ ਸਤਨਾਮ। ਹਸਤ ਖੇਲਤ ਤੇਰੇ ਦਿਹੁਰੇ ਆਇਆ, ਵਿਅੰਗ ਨੰਬਰ 47। ਭਾਈ ਗੁਰਦਾਸ ਜੀ ਨੇ ਵਾਰ 34 ਪੌੜੀ 14 ਨੰਬਰ ਦੇ ਵਿੱਚ ਲਾਜਵਾਬ ਵਿਅੰਗ ਕੀਤਾ ਕਿ ਕਿਵੇਂ ਲੋਕਾਂ ਦੀ ਮੱਤ ਉਲਟ ਗਈ ਹੈ, ਕਹਿਣਾ ਕੁਝ ਹੋਰ ਚਾਹੀਦਾ ਤੇ ਕਹੀ ਕੁਝ ਹੋਰ ਜਾਂਦੇ ਨੇ। ਭਾਵ ਕਿ ਤੁਸੀਂ ਆਮ ਵੀ ਬੋਲ ਚਾਲ ਦੇ ਵਿੱਚ ਬਹੁਤ ਲੋਕਾਂ ਨੂੰ ਬੋਲਦੇ ਸੁਣ ਲੈਣਾ ਤੇ ਉਹਨਾਂ ਨੂੰ ਸ਼ਬਦ ਦੇ ਠੀਕ ਅਰਥ ਵੀ ਨਹੀਂ ਪਤਾ ਹੁੰਦਾ, ਕਈ ਵਾਰੀ ਉਚਾਰਨ ਵੀ ਨਹੀਂ ਪਤਾ ਹੁੰਦਾ। ਹੁਣ ਤਾਂ ਮੈਂ ਫੇਸਬੁੱਕ 'ਤੇ ਜਾਂ ਹੋਰਨਾਂ ਥਾਵਾਂ 'ਤੇ ਜੋ ਨੈੱਟ 'ਤੇ ਮੈਟਰ ਪੈਂਦਾ ਉਹਦੇ 'ਚ ਲਿਖ ਕੇ ਜਾਂ ਬੋਲ ਕੇ ਜਿਹੜੇ ਨੌਜਵਾਨ ਭੈਣ ਭਾਈ ਪਾਉਂਦੇ ਨੇ ਆਪਣਾ ਮੈਟਰ, ਉਹਦੇ ਵਿੱਚ ਵੀ ਬੇਅੰਤ ਅਸ਼ੁੱਧੀਆਂ ਹੁੰਦੀਆਂ ਨੇ। ਅੱਖਰਾਂ ਨੂੰ, ਸ਼ਬਦਾਂ ਨੂੰ ਸ਼ੁੱਧ ਲਿਖਣ ਦਾ ਢੰਗ ਤਰੀਕਾ ਵੀ ਨਹੀਂ ਪਤਾ ਤੇ ਗੁਰਬਾਣੀ ਜਿੱਥੇ ਪੰਗਤੀ ਲਿਖਦੇ ਨੇ ਆਮ ਤੌਰ 'ਤੇ ਅਧੂਰੀ ਹੁੰਦੀ ਹੈ ਤੇ ਉਹਦੀ ਲਗ ਮਾਤਰ ਵੀ ਠੀਕ ਨਹੀਂ ਹੁੰਦੀ ਤੇ ਪੰਨਾ ਤਾਂ ਕੋਈ ਵਿਰਲਾ ਹੀ ਦਿੰਦਾ ਕਿ ਗੁਰਬਾਣੀ ਦਾ ਆਹ ਜਿਹੜਾ ਸ਼ਬਦ ਮੈਂ ਲਿਖਿਆ ਫਲਾਣੇ ਪੰਨੇ 'ਤੇ ਹੈ। ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਜੇ ਅੱਜ ਤੱਕ ਸਾਨੂੰ ਸ਼ੁੱਧ ਉਚਾਰਨ ਬਹੁਤ ਸਾਰੇ ਲੋਕਾਂ ਨੂੰ ਨਹੀਂ ਆਇਆ ਤਾਂ ਅੱਜ ਤੋਂ 400 ਸਾਲ ਪਹਿਲਾਂ ਜਿਹੜਾ ਕੁਝ ਇੱਥੇ ਵਾਪਰ ਰਿਹਾ ਸੀ ਉਹ ਕਿੰਨਾ ਨੀਵੀਂ ਪੱਧਰ ਦਾ ਸੀ, ਹਾਸੋਹੀਣਾ ਸੀ, ਕਿੰਨੀ ਕੁ ਅਕਲ ਸੀ ਸਾਡੇ ਲੋਕਾਂ ਨੂੰ। ਉਹਨਾਂ ਦੀਆਂ ਇਹੋ ਜਿਹੀਆਂ ਆਪ ਹੁਦਰੀਆਂ ਭੈੜੀਆਂ ਹਰਕਤਾਂ ਨੂੰ, ਬੋਲਚਾਲ ਨੂੰ ਵੇਖ ਕੇ ਭਾਈ ਗੁਰਦਾਸ ਨੇ ਬਹੁਤ ਕਰਾਰੇ ਵਿਅੰਗ ਕਸੇ ਨੇ, ਬੜੀਆਂ ਸਖਤ ਚੋਟਾਂ ਮਾਰੀਆਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ। ਪਰ ਦੁਖਦਾਈ ਪਹਿਲੂ ਇਹ ਹੈ ਕਿ ਉਹਨਾਂ ਨੂੰ ਪੜ੍ਹ ਕੇ ਆਪਣਾ ਮਾਨਸਿਕ ਵਿਕਾਸ ਕਰਨ ਦੀ ਥਾਂ 'ਤੇ ਅਸੀਂ ਪੜ੍ਹਨਾ ਲਿਖਣਾ ਹੀ ਛੱਡ ਦਿੱਤਾ ਤੇ ਬੋਲ ਚਾਲ ਦੇ ਵੀ ਸੁਧਾਰ ਕਿੱਥੋਂ ਆਉਣਾ ਹੈ, ਮਾਨਸਿਕ ਵਿਕਾਸ ਕਿੱਥੋਂ ਆਉਣਾ ਹੈ, ਜਦੋਂ ਅਸੀਂ ਨਾ ਗੁਰਬਾਣੀ ਪੜ੍ਹਨੀ, ਨਾ ਭਾਈ ਗੁਰਦਾਸ ਜੀ ਪੜ੍ਹਨਾ, ਇਹਨਾਂ ਦੇ ਕਵਿੱਤ ਬੜੇ ਲਾਜਵਾਬ ਨੇ ਉਹ ਨਹੀਂ ਪੜ੍ਹਨੇ, ਤੇ ਹੋਰ ਜਿਹੜਾ ਦੁਨੀਆ ਦਾ ਸਾਹਿਤ ਹੈ, ਊਚ ਕੋਟੀ ਦਾ ਚੋਣਵਾਂ ਸਾਹਿਤ ਪੰਜਾਬੀ 'ਚ ਵੀ ਮਿਲ ਜਾਂਦਾ ਹੈ, ਅੱਜ ਕੱਲ੍ਹ ਤਾਂ ਨੈੱਟ 'ਤੇ ਵੀ ਆ ਚੁੱਕਿਆ, ਪਰ ਪੜ੍ਹਨ ਦੀ ਇੱਛਾ ਅੰਦਰ ਪੈਦਾ ਕਰਨੀ ਪਵੇਗੀ। ਇਹਦੇ ਤੋਂ ਬਿਨਾਂ ਸਾਡਾ ਇਸੇ ਤਰ੍ਹਾਂ ਦੀ ਹਾਲਤ ਰਹੇਗੀ ਜਿਵੇਂ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਨੇ ਸਾਡੇ ਸਾਹਮਣੇ ਰੱਖੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ, ਮੋਹਰਾ ਮਿੱਠਾ ਆਖੀ ਹੈ, ਜ਼ਹਿਰ ਨੂੰ ਮਿੱਠਾ ਕਹੀ ਜਾਂਦੇ ਨੇ, ਵੈਸੇ ਕਈ ਵਾਰੀ ਤਾਂ ਮਿੱਠਾ ਹੀ ਜ਼ਹਿਰ ਬਣ ਜਾਂਦਾ ਹੈ। ਲੋਕੀ ਸਵਾਦਲਾ ਸਮਝ ਕੇ ਮਿਠਾਈਆਂ ਆਦਿਕ ਖਾਈ ਜਾਂਦੇ ਨੇ ਤੇ ਸ਼ੂਗਰ ਦਬੋਚਦੀ ਹੈ ਤੇ ਸ਼ੂਗਰ ਹੋਣ ਤੋਂ ਬਾਅਦ ਡਾਕਟਰ ਦੀ ਵਾਰਨਿੰਗ ਦੇਣ ਤੋਂ ਬਾਅਦ ਵੀ ਕਈ ਲੋਕ ਤਾਂ ਖੰਡ, ਮਿੱਠਾ, ਮਠਿਆਈਆਂ ਆਦਿਕ ਖਾਣ ਤੋਂ ਨਹੀਂ ਹਟਦੇ ਤੇ ਇੱਥੋਂ ਤੱਕ ਵੀ
ਢੀਠ ਬਣ ਕੇ ਕਹਿ ਦਿੰਦੇ ਨੇ ਜੇ ਮਰਨਾ ਹੀ ਹੈ ਤਾਂ ਖਾ ਪੀ ਕੇ ਤਾਂ ਮਰੀਏ, ਭੁੱਖੇ ਕਾਹਨੂੰ ਮਰੀਏ। ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਨੇ ਕੰਮ ਤਾਂ ਜ਼ਿੰਦਗੀ 'ਚ ਚੱਜ ਦਾ ਕਰਨਾ ਕੋਈ ਨਹੀਂ। ਬਸ ਉਹਨਾਂ ਦਾ ਜਿਹੜਾ ਦਿਮਾਗ ਹੈ ਉਹ ਢਿੱਡ ਦੇ ਵਿੱਚ ਹੀ ਪਿਆ ਹੁੰਦਾ ਹੈ। ਅਤੇ ਭਾਈ ਸਾਹਿਬ ਕਹਿੰਦੇ ਨੇ ਮਹੁਰਾ ਮਿੱਠਾ ਆਖੀ ਹੈ, ਲੋਕੀ ਜ਼ਹਿਰ ਪਦਾਰਥਾਂ ਨੂੰ ਮਿੱਠੇ ਕਹੀ ਜਾਂਦੇ ਨੇ। ਰੁੱਠੀ ਨੂੰ ਤੁੱਠੀ, ਅਤੇ ਜਿਹੜੀ ਰੁੱਸ ਜਾਵੇ ਉਹਨੂੰ ਕਹਿੰਦੇ ਨੇ ਤਰੁੱਠ ਪਈ ਹੈ। ਰੁੱਸੀ ਹੋਈ ਨੂੰ ਤਰੁੱਠੀ ਕਹਿੰਦੇ ਨੇ, ਨਾਰਾਜ਼ ਹੋਈ ਨੂੰ ਖੁਸ਼ ਹੋਈ ਕਹਿੰਦੇ ਨੇ। ਅਤੇ ਜਿਵੇਂ ਆਪਾਂ ਆਮ ਤੌਰ 'ਤੇ ਸੀਤਲਾ ਮਾਤਾ ਦੇਵੀ ਨਾਲ ਜੁੜੀ ਹੋਈ ਗੱਲ ਹੈ ਕਿ ਨਿਕਲਦੀ ਹੈ ਚੇਚਕ, ਬੰਦਾ ਹੁੰਦਾ ਬਿਮਾਰ, ਲੋਕਾਂ ਨੂੰ ਇਹ ਨਹੀਂ ਦੱਸਦੇ ਸੀ ਅੱਗੇ ਕਿ ਇਹਦੇ ਤਾਂ ਚੇਚਕ ਨਿਕਲੇ ਹੀ, ਮਾਤਾ ਨਾਰਾਜ਼ ਹੋ ਗਈ ਹੈ। ਜੇ ਮਾਤਾ ਨਾਲ ਇਹਨੂੰ ਬਿਮਾਰੀ ਨੂੰ ਮੰਨ ਲਿਆ ਜਾਵੇ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਮਾਤਾ ਨਾਰਾਜ਼ ਹੈ ਸਾਡੇ 'ਤੇ, ਪਰ ਕਹਿੰਦੇ ਕੀ ਨੇ, ਮਾਤਾ ਤਰੁੱਠ ਪਈ, ਮਾਤਾ ਨੇ ਕਿਰਪਾ ਕਰ ਦਿੱਤੀ। ਜਿਹਦੇ 'ਤੇ ਚੇਚਕ ਨਿਕਲੀ ਹੈ ਉਹ ਮਰਨ ਨੂੰ ਪਿਆ, ਦੁੱਖ ਨਾਲ ਤਕਲੀਫ ਨਾਲ ਤੜਫ ਰਿਹਾ, ਘਰਦਿਆਂ ਦਾ ਖਰਚਾ ਹੋ ਰਿਹਾ, ਸਾਰੇ ਪਰੇਸ਼ਾਨ ਨੇ, ਅਤੇ ਕਹਿੰਦੇ ਨੇ ਮਾਤਾ ਦੀ ਮਿਹਰ ਹੋਈ ਹੈ। ਰੁੱਠੀ ਨੂੰ ਤੁੱਠੀ, ਭਾਵ ਕਿ ਹੈ ਤਾਂ ਰੁੱਸੀ ਹੋਈ ਪਰ ਉਹਨੂੰ ਖੁਸ਼ ਹੋਈ ਕਹਿੰਦੇ ਨੇ। ਇਹ ਇੱਥੋਂ ਦੇ ਲੋਕਾਂ ਦੀ ਸਮਝ ਹੈ। ਬੁਝਿਆ ਵੱਡਾ ਵਖਾਣੀ ਹੈ, ਦੀਵਾ ਬੁਝਾ ਦਿਓ ਨਹੀਂ ਕਹਿੰਦੇ। ਜਦੋਂ ਦੀਵੇ 'ਤੇ ਫੂਕ ਮਾਰ ਕੇ ਬੁਝਾਉਣਾ ਹੋਵੇ ਤਾਂ ਆਮ ਤੌਰ 'ਤੇ ਉਹਨੂੰ ਕਹਿੰਦੇ ਨੇ ਦੀਵਾ ਵੱਡਾ ਕਰ ਦਿਓ। ਹੱਦ ਹੋ ਗਈ ਹੈ ਤਾਂ ਤੁਹਾਡੇ ਸਾਹਮਣੇ ਬੁਝਿਆ ਪਿਆ, ਉਹਨੂੰ ਆਪ ਬੁਝਾਇਆ ਗਿਆ ਜਦੋਂ ਲੋੜ ਨਹੀਂ ਸੀ, ਅਤੇ ਆਖਣ ਨੂੰ ਸ਼ਬਦ ਵਰਤੇ ਜਾਂਦੇ ਨੇ, ਕਹਿੰਦੇ ਵੱਡਾ ਕਰ ਦਿਓ। ਵੱਡਾ ਤਾਂ ਉਹਨੂੰ ਹੋਰ ਤੇਲ ਪਾ ਕੇ, ਹੋਰ ਉੱਚੀ ਬੱਤੀ ਕਰਕੇ, ਹੋਰ ਰੌਸ਼ਨੀ ਵਧਾ ਕੇ ਵੱਡਾ ਹੋਣਾ ਸੀ, ਅਤੇ ਇਹ ਤਾਂ ਹੁਣ ਬੁਝਾਇਆ ਗਿਆ। ਪਰ ਇਹ ਗੱਲ ਕਹਿਣ ਤੋਂ ਵੀ ਡਰਦੇ ਨੇ, ਜੇ ਬੁਝ ਗਿਆ ਕਹਿਤਾ ਕਿਤੇ ਘਰ ਦਾ ਸਾਰਾ ਕੁਝ ਕਿਸਮਤ ਲੇਖਾ ਹੀ ਨਾ ਬੁਝ ਜਾਵੇ, ਡਰਦੇ ਮਾਰੇ ਇਹ ਕਹਿੰਦੇ ਨੇ। ਬੁਝਿਆ ਵੱਡਾ ਵਖਾਣੀ ਹੈ, ਸਵਾਰੀ ਕੁੱਠੀ, ਆਮ ਤੌਰ 'ਤੇ ਸ਼ਿਕਾਰ ਕਰਕੇ ਜਾਂ ਬੱਕਰੀ ਬੱਕਰਾ ਆਦਿਕ ਜਿਹੜਾ ਕਿ ਅੱਗੇ ਮੀਟ ਖਾਧਾ ਜਾਂਦਾ ਸੀ ਉਹਨੂੰ ਸੰਵਾਰਿਆ ਜਾਂਦਾ ਸੀ, ਅਤੇ ਭਾਵ ਕਿ ਉਹਦਾ ਅੰਦਰੋਂ ਆਂਦਰਾਂ ਜਿਹੜੀਆਂ ਵਾਧੂ ਨੇ ਉਹ ਕੱਢ ਕੇ ਸੁੱਟ ਦਿੱਤੀਆਂ ਜਾਂਦੀਆਂ ਸੀ, ਅਤੇ ਉਹਦਾ ਲੋੜੀਂਦਾ ਮਾਸ ਰੱਖ ਲਿਆ ਜਾਂਦਾ ਸੀ। ਅਤੇ ਉਹਨੂੰ ਸੰਵਾਰੀ ਨੂੰ, ਭਾਵ ਕਿ ਅਸੀਂ ਹੁਣ ਸੰਵਾਰ ਕੇ ਖਾਣ ਯੋਗੀ ਤਿਆਰ ਕਰ ਲਈ ਹੈ, ਹੁਣ ਪਤੀਲੇ 'ਚ ਪਾ ਕੇ, ਕੜਾਹੇ 'ਚ ਪਾ ਕੇ ਇਹਦਾ ਮਾਸ ਰਿੰਨ ਲਵਾਂਗੇ। ਉਹਨੂੰ ਸੰਵਾਰੀ ਹੋਈ ਕਹਿਣ ਦੀ ਥਾਂ 'ਤੇ ਉਹਨੂੰ ਕੁੱਠੀ ਕਹਿੰਦੇ ਨੇ, ਭਾਵ ਕਿ ਉਹਨੂੰ ਕੋਹ ਦਿੱਤਾ, ਹਲਾਲ ਕਰ ਦਿੱਤੀ, ਤਾਂ ਉਹਨੂੰ ਮਾਰ ਦਿੱਤੀ, ਤਕਲੀਫ ਦੇ ਦਿੱਤੀ। ਇਹ ਗਲਤ ਸ਼ਬਦ ਵਰਤਦੇ ਨੇ, ਕਹਿਣਾ ਚਾਹੀਦਾ ਸੀ ਸਵਾਰ ਲਈ ਹੈ, ਅਤੇ ਸੰਵਾਰੀ ਨੂੰ ਕੁੱਠੀ ਕਹਿੰਦੇ ਨੇ, ਕੁੱਠੀ ਨੂੰ ਸੰਵਾਰੀ ਕਹਿੰਦੇ ਨੇ। ਉਲਟ ਪੁਲਟ ਹੋਇਆ ਪਿਆ ਸਾਰਾ ਕੁਝ। ਜਲਿਆ ਠੰਡਾ, ਜਿਹੜਾ ਜਲ ਗਿਆ ਉਹਨੂੰ ਕਹਿੰਦੇ ਨੇ ਭਾਈ ਉਹ ਤਾਂ ਠੰਡਾ ਹੋ ਗਿਆ। ਬੰਦਾ ਮੁਰਦਾ ਜਦੋਂ ਮਰ ਜਾਂਦਾ ਉਹਨੂੰ ਸਿਵਿਆਂ 'ਚ ਅੱਗ ਲਾ ਕੇ ਫੂਕ ਆਉਂਦੇ ਨੇ, ਅਤੇ ਸਿਵਾ ਖਤਮ ਕਰ ਦਿੰਦਾ ਉਹਦੇ ਸਰੀਰ ਨੂੰ, ਅਤੇ ਫਿਰ ਉਹਨੂੰ ਕਹਿ ਦਿੰਦੇ ਨੇ ਮਰੇ ਪਏ ਬੰਦੇ ਨੂੰ, ਮੁਰਦੇ ਨੂੰ ਵੀ ਕਹਿ ਦਿੰਦੇ ਨੇ ਹੁਣ ਠੰਡਾ ਹੋ ਗਿਆ, ਫੂਕ ਦਿੱਤਾ ਹੁਣ ਤਾਂ ਉਹਦਾ ਸਿਵਾ ਵੀ ਠੰਡਾ ਹੋ ਗਿਆ। ਸਭ ਕੁਛ ਮਰ ਮਿਟ ਗਏ ਨੂੰ ਕਹਿੰਦੇ ਨੇ ਠੰਡਾ ਹੋ ਗਿਆ। ਜਲਿਆ ਠੰਡਾ ਗਈ ਨੂੰ ਆਈ ਅਤੇ ਉੱਠੀ, ਅਤੇ ਅੱਖਾਂ ਗਈਆਂ ਉਹਨੂੰ ਕਹਿੰਦੇ ਅੱਖ ਆ ਗਈ, ਕਿਉਂ ਕਈ ਵਾਰੀ ਨਾ ਅੱਖਾਂ ਦੁਖਣੀਆਂ ਆ ਜਾਂਦੀਆਂ ਸੀ। ਪਿੰਡਾਂ ਦੇ ਵਿੱਚ ਬੋਲ ਚਾਲ ਸੀ, ਭਾਈ ਅੱਖ ਆ ਗਈ। ਆ ਗਈ ਕਿੱਥੋਂ ਹੈ, ਅੱਖ ਤਾਂ ਜਾਣ ਨੂੰ ਫਿਰਦੀ ਹੈ, ਭਾਵ ਕਿ ਦੁਖ ਗਈ ਹੈ, ਅੱਖਾਂ ਦੇ ਵਿੱਚ ਲਾਲੀ ਆ ਗਈ ਹੈ, ਹੋਰ ਬਿਮਾਰੀ ਅੱਖਾਂ 'ਤੇ ਆ ਗਈ ਹੈ। ਅੱਗੇ ਗਰਮੀ ਪਸੀਨਾ ਬਹੁਤ ਹੁੰਦਾ ਸੀ, ਸਾਧਨ ਹੈ ਨਹੀਂ ਸੀ ਗਰਮੀ ਨੂੰ ਘਟਾਉਣ ਦੇ, ਪੱਖੇ ਕੂਲਰ ਵਗੈਰਾ, ਅਤੇ ਉਦੋਂ ਗਰਮੀ ਦੇ ਮਹੀਨੇ 'ਚ ਅੱਖਾਂ ਲੋਕਾਂ ਦੀਆਂ ਬਹੁਤ ਦੁਖਦੀਆਂ ਸੀ। ਉਦੋਂ ਫਿਰ ਇਹ ਬੋਲੀ ਵਰਤੀ ਜਾਂਦੀ ਸੀ, ਜਲਿਆ ਠੰਡਾ ਗਈ ਨੂੰ ਆਈ ਅਤੇ ਉੱਠੀ, ਅਤੇ ਅੱਖਾਂ ਜਾ ਰਹੀਆਂ ਨੇ ਉਹਨਾਂ ਨੂੰ ਕਹਿੰਦੇ ਅੱਖ ਆ ਗਈ, ਅਤੇ ਉੱਠੀ ਆਮ ਤੌਰ 'ਤੇ ਜਿਹੜੀ ਔਰਤ ਘਰ ਦੇ ਵਿੱਚ ਉਹਦੀ ਆਪਣੇ ਪਤੀ ਨਾਲ ਵਿਗਾੜ ਪੈ ਜਾਵੇ, ਜਾਂ ਵਿਧਵਾ ਹੋ ਜਾਵੇ, ਜਾਂ ਹੋਰ ਵੀ ਕੋਈ ਕਲੇਸ਼ ਪੈ ਜਾਣ, ਤਾਂ ਉਹ ਕਿਤੇ ਹੋਰ ਆਪਣਾ ਘਰ ਵਸਾਉਣ ਦਾ ਪ੍ਰਬੰਧ ਕਰ ਲਵੇ, ਤਾਂ ਉਹਨੂੰ ਕਹਿੰਦੇ ਨੇ ਉਹ ਤਾਂ ਉੱਠ ਗਈ ਹੈ। ਭਲਿਓ ਉਹ ਤਾਂ ਆਈ ਹੈ, ਉੱਠੀ ਨਹੀਂ ਹੈ, ਬਲਕਿ ਉਹਨੇ ਤਾਂ ਆਪਣਾ ਘਰ ਕਿਤੇ ਹੋਰ ਵਸਾ ਲਿਆ। ਜਿੱਥੋਂ ਉਹ ਗਈ ਹੈ ਉੱਥੋਂ ਇੱਕ ਤਰ੍ਹਾਂ ਦਾ ਉਹ ਮਾਯੂਸ ਹੋ ਕੇ, ਦੁਖੀ ਹੋ ਕੇ ਗਈ ਹੈ। ਕਹਿਣਾ ਤਾਂ ਇਹ ਚਾਹੀਦਾ ਸੀ ਕਿ ਉਹਨੇ ਭਾਈ ਆਪਣਾ ਹੋਰ ਘਰ ਵਸਾ ਲਿਆ ਕਿਤੇ। ਅਹਿਮਕ ਭੋਲਾ ਆਖੀ ਹੈ, ਜਿਹੜਾ ਮੂਰਖ ਬੰਦਾ ਉਹਨੂੰ ਕਹੇ ਤਾਂ ਵਿਚਾਰਾ ਭੋਲਾ ਭਾਲਾ ਹੈ। ਸਾਡੇ ਆਮ ਲੋਕਾਂ ਦੇ ਵਿੱਚ ਅੱਜ ਵੀ ਆਪਾਂ ਕਹਿੰਦੇ ਹਾਂ ਇਹ ਤਾਂ ਭੋਲਾ ਜਿਹਾ ਹੈ, ਇਹਦੇ ਨਾਲ ਨਾ ਬਹੁਤੀ ਗੱਲ ਕਰੋ, ਹੈ ਮੂਰਖ। ਅਹਿਮਕ ਭੋਲਾ ਆਖੀ ਹੈ, ਸਭ ਗੱਲ ਪੁੱਠੀ, ਸਾਰੀਆਂ ਉਲਟੀਆਂ ਗੱਲਾਂ ਨੇ ਇੱਥੇ ਲੋਕਾਂ ਦੀਆਂ, ਕੋਈ ਸਮਝਣ ਦਾ ਯਤਨ ਕਰੋ। ਬੜੇ ਕਰਾਰੇ ਵਿਅੰਗ ਨੇ ਭਾਈ ਗੁਰਦਾਸ ਜੀ ਦੇ। ਉੱਜੜ ਟੁੱਟੀ ਬੇਮੁਖਾਂ ਤਿਸ ਆਖਣ ਉੱਠੀ,
घर उजड़ जावे तो कहते जी ये तो वधिया हो गया। तो इस तरह मूर्ख नूं भोला कहते हैं। तो लोगों ਦੀਆਂ ਜਿਹੜੀਆਂ ਮਨੌਤਾਂ ਨੇ ਉਹ ਇੰਨੀਆਂ ਨੇ, घर उजाड़ देण वालियां ने, ਤੇ ਦੇਵੀਆਂ 'ਚ ਦੇਵਤਿਆਂ 'ਚ ਉਲਝੇ ਹੋਏ ਨੇ। ਤੇ ਕਹਿੰਦੇ ਨੇ ਦੇਵਤੇ ਦੀ ਮਿਹਰ ਹੋਊਗੀ, ਇਹ ਫਲਾਣੇ ਬਾਬੇ ਦੀ ਮਿਹਰ ਹੋਊਗੀ। ਉਹ ਤੁਹਾਡਾ ਘਰ ਉਜੜ ਰਿਹਾ ਹੈ, ਤੁਸੀਂ ਮਿਹਰ ਹੋਈ ਦੱਸੀ ਜਾਂਦੇ ਹੋ। ਇਸੇ ਤਰ੍ਹਾਂ ਉਜੜ ਤਰੁੱਟੀ ਬੇਮੁਖਾਂ ਤਿਸ ਆਖਣ ਵੁੱਠੀ, ਕਿਉਂਕਿ ਬੇਮੁਖਾਂ ਦੀਆਂ ਮੂਰਖਾਂ ਦੀਆਂ ਗੱਲਾਂ ਨੇ ਸਾਰੀਆਂ। ਚੋਰੈ ਸੰਧੀ ਮੌਂ ਜਿਉਂ ਲੁਕ ਰੋਵੈ ਮੁੱਠੀ, ਜਿਵੇਂ ਜਦੋਂ ਤਾਂ ਪੁੱਤਰ ਚੋਰੀ ਕਰਕੇ ਘਰੇ ਸਮਾਨ ਲਿਆਉਂਦਾ ਹੈ ਤੇ ਮਾਂ ਬੜੀ ਖੁਸ਼ ਹੁੰਦੀ ਹੈ, ਮੇਰਾ ਪੁੱਤ ਬੜਾ ਕਮਾਊ ਹੈ, ਕਿੰਨਾ ਕੁਝ ਲਿਆਇਆ ਹੈ, ਪਰ ਇਹ ਕਦੇ ਨਹੀਂ ਪੁੱਛਦੀ ਵੀ ਲੈ ਕੇ ਕਿੱਥੋਂ ਆਇਆ ਹੈ। ਤੇ ਜਦੋਂ ਉਹੀ ਪੁੱਤ ਫੜਿਆ ਜਾਂਦਾ ਹੈ, ਕੁਟਾਪਾ ਚੜ੍ਹਦਾ ਹੈ, ਪੁਲਿਸ ਦੇ ਢਾਹੇ ਚੜ੍ਹ ਜਾਂਦਾ ਹੈ, ਤੇ ਉਦੋਂ ਮਾਂ ਅੰਦਰ ਵੜ ਕੇ ਲੁਕ ਕੇ ਰੋਂਦੀ ਹੈ, ਨਾ ਕਿਸੇ ਨੂੰ ਦੱਸਣ ਜੋਗੀ ਹੈ ਕਿ ਮੇਰਾ ਪੁੱਤ ਤਾਂ ਬਹੁਤ ਦੇਰ ਤੋਂ ਕਰਦਾ ਸੀ ਇਹੋ ਹੀ ਕੰਮ, ਪਰ ਕਿਉਂਕਿ ਉਹਨੂੰ ਅਕਲ ਨਹੀਂ ਸੀ, ਉਹ ਰੋਕ ਨਹੀਂ ਸਕੀ ਤੇ ਲੋਕਾਂ ਕੋਲੇ ਮਾਣ ਨਾਲ ਦੱਸਦੀ ਸੀ ਕਿ ਸਾਡੇ ਤਾਂ ਆਹ ਵੀ ਸਮਾਨ ਆ ਗਿਆ, ਸਾਡੇ ਆਹ ਵੀ ਆ ਗਿਆ। ਮੂਰਖਾਂ ਦੀਆਂ ਪੁੱਠੀਆਂ ਗੱਲਾਂ ਇਸੇ ਤਰ੍ਹਾਂ ਹੀ ਹੁੰਦੀਆਂ ਨੇ। ਚੋਰੈ ਸੰਧੀ ਮਾਊ ਜਿਉਂ ਲੁਕ ਰੋਵੈ ਮੁੱਠੀ, ਬਹੁਤ ਰੋਂਦੀ ਹੈ ਅੰਦਰ ਵੜ ਕੇ, ਜਿਵੇਂ ਆਪਾਂ ਕਹਿ ਦਿੰਦੇ ਸੀ ਅੰਦਰ ਭੜੋਲੇ 'ਚ ਮੂੰਹ ਦੇ ਕੇ ਰੋਂਦੀ ਹੈ, ਭਾਵ ਕਿ ਮੇਰੀ ਆਵਾਜ਼ ਕਿਸੇ ਨੂੰ ਸੁਣ ਨਾ ਜਾਵੇ। ਮੂਰਖਾਂ ਦੀਆਂ ਪੁੱਠੀਆਂ ਗੱਲਾਂ ਵੇਖ ਕੇ ਕੀ ਕਰਦੇ ਹਨ, ਕੀ ਬੋਲਦੇ ਹਨ। ਜ਼ਹਿਰ ਨੂੰ ਜ਼ਹਿਰ ਨਹੀਂ ਕਹਿੰਦੇ, ਮਿੱਠਾ ਆਖੀ ਜਾਂਦੇ ਹਨ, ਤੇ ਮਿੱਠਾ ਉਹਨਾਂ ਵਾਸਤੇ ਜ਼ਹਿਰ ਬਣਿਆ ਉਹਦਾ ਪਤਾ ਹੀ ਨਹੀਂ ਹੈ। ਸੀਤਲਾ ਚੇਚਕ ਦੀ ਬਿਮਾਰੀ ਵਕਤ ਆਖਣਗੇ ਮਾਤਾ ਮਿਹਰਬਾਨ ਹੋ ਗਈ ਹੈ, ਦੀਵਾ ਬੁਝਾ ਕੇ ਆਖਣਗੇ ਵੱਡਾ ਕਰ ਦਿੱਤਾ। ਬੱਕਰੀ ਜਾਂ ਬੱਕਰੇ ਨੂੰ ਮਾਰ ਕੇ ਟੁਕੜੇ ਟੁਕੜੇ ਕਰ ਦਿੰਦੇ ਹਨ, ਕਹਿੰਦੇ ਨੇ ਅਸੀਂ ਤਾਂ ਸੰਵਾਰ ਦਿੱਤਾ। ਬੰਦਾ ਮਰ ਗਿਆ, ਸਾੜ ਦਿੱਤਿਆ, ਕਹਿੰਦੇ ਨੇ ਉਹ ਤਾਂ ਠੰਡਾ ਹੋ ਗਿਆ। ਅੱਖ ਦੁਖਣ ਲੱਗ ਪਈ ਤਾਂ ਕਹਿੰਦੇ ਨੇ ਅੱਖ ਆਈ ਹੈ। ਇੱਕ ਥਾਂ ਤੋਂ ਦੁਖੀ ਔਰਤ ਜੇ ਹੋਰ ਘਰ ਵਸਾ ਲਵੇ ਤਾਂ ਬਸਦੀ ਨਹੀਂ ਕਹਿੰਦੇ, ਉੱਠ ਗਈ ਕਹਿੰਦੇ ਨੇ। ਮੂਰਖ ਨੂੰ ਭੋਲਾ ਦੱਸਦੇ ਨੇ। ਲੋਕਾਂ ਦੀਆਂ ਸਾਰੀਆਂ ਮਨੌਤਾਂ ਤੇ ਬੋਲ ਚਾਲ ਸਭ ਉਲਟ ਪੁਲਟ ਹੋ ਗਈ ਹੈ। ਜੇ ਕਿਸੇ ਦਾ ਘਰ ਉਜੜ ਜਾਵੇ ਤਾਂ ਬਸ ਗਿਆ ਕਹਿੰਦੇ ਨੇ। ਪੁੱਤਰ ਨੂੰ ਚੋਰੀ ਕਰਦਿਆਂ ਵੇਖ ਕੇ ਕਮਲੀ ਮਾਂ ਪਹਿਲਾਂ ਖੁਸ਼ ਹੁੰਦੀ ਹੈ, ਜਦੋਂ ਚੋਰ ਪੁੱਤਰ ਫੜਿਆ ਜਾਂਦਾ ਹੈ ਤਾਂ ਕਿਸੇ ਨੂੰ ਦੱਸਣ ਜੋਗੀ ਨਹੀਂ ਰਹਿੰਦੀ, ਲੁਕ ਕੇ ਰੋਂਦੀ ਹੈ। ਹੈ ਨਾ ਕਮਾਲ ਦਾ ਵਿਅੰਗ। ਹੱਸ ਲਿਆ ਕਰੋ ਭਾਈ ਤੁਸੀਂ ਵੀ ਇਹੋ ਜਿਹੇ ਵਿਅੰਗਾਂ ਤੇ ਨਾਲੇ ਇਹਨਾਂ ਨੂੰ ਪੜ੍ਹ ਲਿਆ ਕਰੋ ਤੇ ਫਿਰ ਆਪਣੀ ਜ਼ਿੰਦਗੀ ਵੱਲ ਝਾਤੀ ਵੀ ਮਾਰ ਲਿਆ ਕਰੋ। ਆਖੋ ਸਤਨਾਮ। ਹਸਤ ਖੇਲਤ ਤੇਰੇ ਦੇਹਰੇ ਆਇਆ, ਵਿਅੰਗ ਨੰਬਰ 48। ਇਸ ਵਿਅੰਗ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਹੋਰ ਬਹੁਤ ਉੱਤਮ ਦਰਜੇ ਦੀਆਂ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ ਹੈ। ਇਹ ਵਾਰ 35 ਦੀ ਪਹਿਲੀ ਪੌੜੀ ਹੈ। ਇਹਦੀ ਵਰਤੋਂ ਕਈ ਵਾਰੀ ਬਹੁਤ ਘੱਟ ਸੁਣਨ ਨੂੰ ਮਿਲਿਆ। ਕਿਤੇ ਕਿਤੇ ਕੀਰਤਨੀਏ ਵੀ ਕਰ ਲੈਂਦੇ ਨੇ ਤੇ ਕਿਤੇ ਕਿਤੇ ਆਮ ਮੁਹਾਵਰੇ ਦੇ ਵਿੱਚ ਵੀ ਇਹਦੀ ਵਰਤੋਂ ਕਰ ਲਈ ਜਾਂਦੀ ਹੈ। ਪਰ ਜਦੋਂ ਸਾਰੀ ਪੌੜੀ ਪੜ੍ਹੀਏ ਫਿਰ ਤਾਂ ਕਪਾਟ ਹੀ ਖੁੱਲ੍ਹ ਜਾਂਦੇ ਨੇ ਵੀ ਹੈ ਇੰਨੀਆਂ ਅੱਗੇ ਦੀਆਂ ਗੱਲਾਂ ਭਾਈ ਗੁਰਦਾਸ ਨੇ ਲਿਖੀਆਂ ਹੋਈਆਂ ਨੇ, ਔਰ ਉਹ ਵੀ ਲਗਭਗ 400 ਸਾਲ ਪਹਿਲਾਂ, ਜਦੋਂ ਕਿ ਇੰਨੀ ਅਕਲ ਕਿਸੇ ਵਿਅਕਤੀ ਕੋਲੇ ਹੋਣੀ ਇੱਕ ਕਰਾਮਾਤ ਤੋਂ ਘੱਟ ਨਹੀਂ ਹੈ। ਐਡਾ ਵੱਡਾ ਵਿਦਵਾਨ, ਪਰ ਅਸੀਂ ਉਸ ਵਿਦਵਾਨ ਦੀ ਵਿੱਦਿਆ ਲੈਣ ਤੋਂ ਲਗਭਗ ਇਨਕਾਰੀ ਹਾਂ। ਕੋਈ ਵਿਰਲਾ ਹੈ ਜਿਹੜਾ ਇਹਨਾਂ ਮਹਾਨ ਰਚਨਾਵਾਂ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਸੁਧਾਰਨ ਦਾ ਉਪਰਾਲਾ ਕਰਦਾ ਹੈ। ਭਾਈ ਸਾਹਿਬ ਜੀ ਕਹਿ ਰਹੇ ਨੇ, ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ। ਕੁੱਤੇ ਨੂੰ ਭਾਵੇਂ ਰਾਜਗੱਦੀ 'ਤੇ ਬਹਾ ਦਿਓ, ਗੱਲ ਕੁੱਤੇ ਦੀ ਨਹੀਂ ਹੋ ਰਹੀ, ਕੁੱਤੇ ਵਰਗੀ ਭੈੜੀ ਬਿਰਤੀ ਦੀ ਹੋ ਰਹੀ ਹੈ। ਸਾਨੂੰ ਕਰਾਰੀਆਂ ਚੋਟਾਂ ਮਾਰ ਕੇ ਭਾਈ ਗੁਰਦਾਸ ਨੇ ਸਮਝਾਇਆ ਕਿ ਕੁੱਤੇ ਵਾਲੀ ਬਿਰਤੀ ਵਾਲੇ ਇਨਸਾਨ ਨੂੰ ਭਾਵੇਂ ਕਿੱਡਾ ਵੱਡਾ ਅਹੁਦਾ ਦੇ ਦਿਓ, ਪਰ ਉਹ ਆਪਣੀਆਂ ਮੰਦੀਆਂ ਆਦਤਾਂ ਤੋਂ ਨਹੀਂ ਜਾਂਦਾ। ਉਹ ਫਿਰ ਵੀ ਹੋਛੇ ਕੰਮ ਕਰਦਾ, ਹੋਛੀ ਬੋਲੀ ਬੋਲਦਾ, ਹੋਛਾ ਵਿਹਾਰ ਕਰਦਾ, ਤੇ ਉਹਦਾ ਪਤਾ ਲੱਗ ਜਾਂਦਾ ਕਿ ਇਹ ਕਿਸੇ ਹੋਰ ਢੰਗ ਦੇ ਨਾਲ, ਗਲਤ ਢੰਗ ਦੇ ਨਾਲ ਇਹ ਇਸ ਰਾਜਗੱਦੀ 'ਤੇ ਬੈਠਾ ਹੈ। ਇਹਦੇ ਇਹ ਯੋਗ ਨਹੀਂ ਸੀ, ਤਾਂ ਹੀ ਤਾਂ ਇਹੋ ਜਿਹੀਆਂ ਹਰਕਤਾਂ ਕਰ ਰਿਹਾ। ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ। ਜਿਵੇਂ ਕੁੱਤੇ ਨੂੰ ਭਾਵੇਂ ਕਿੰਨੇ ਵਧੀਆ ਪਦਾਰਥ ਖਾਣ ਨੂੰ ਪਾ ਦਿਓ, ਪਰ ਉਹਦੀ ਚੱਕੀ ਚੱਟਣ ਦੀ ਜਾਂ ਹੋਰ ਅਜਿਹੀਆਂ ਹਰਕਤਾਂ ਕਰਨ ਦੀ ਆਦਤ ਨਹੀਂ ਜਾਂਦੀ। ਸੱਪੈ ਦੁੱਧ ਪਿਆਲੀ ਹੈ ਬਿਹੁ ਮੁੱਖੋਂ ਸੱਟੈ। ਸੱਪ ਬਾਰੇ ਮਸ਼ਹੂਰ ਹੈ, ਕਹਿੰਦੇ ਸੱਪ ਨੂੰ ਭਾਵੇਂ ਦੁੱਧ ਪਿਆਈ ਜਾਓ, ਜਿੰਨਾ ਮਰਜ਼ੀ ਉਹਨੂੰ ਸੰਭਾਲ ਕੇ ਰੱਖੋ, ਉਹਦੀ ਸੇਵਾ ਕਰੋ ਤੇ ਉਹਨੂੰ ਦੁੱਧ ਜਿੰਨਾ ਮਰਜ਼ੀ ਪਿਆਈ ਜਾਓ, ਪਰ ਉਹਦੇ ਤਾਂ ਅੰਦਰ ਜ਼ਹਿਰ ਹੀ ਬਣਨੀ ਹੈ। ਜਦੋਂ ਉਹਨੇ ਡੰਗ ਮਾਰਨਾ ਹੈ, ਉਹ ਜ਼ਹਿਰ ਬਣ ਕੇ ਹੀ ਤੁਹਾਡੇ 'ਤੇ ਹਮਲਾ ਕਰੇਗਾ ਤੇ ਮਨੁੱਖ ਦੀ ਉਹਦੇ ਜ਼ਹਿਰ ਨਾਲ ਮੌਤ ਹੋਣੀ ਲਾਜ਼ਮੀ ਹੈ। ਇਸੇ ਤਰ੍ਹਾਂ
ਬਹੁਤ ਸਾਰੇ ਬੰਦੇ ਇਹੋ ਜਿਹੇ ਜ਼ਹਿਰੀਲੇ ਹੁੰਦੇ ਨੇ, ਉਹਨਾਂ ਨੂੰ ਭਾਵੇਂ ਜਿੰਨਾ ਮਰਜ਼ੀ ਖਵਾਉਂਦੇ ਪਿਆਉਂਦੇ ਰਹੋ, ਉਹਨਾਂ ਨੇ ਔਖੇ ਵੇਲੇ ਤੁਹਾਡਾ ਨੁਕਸਾਨ ਕਰੀ ਜਾਣਾ, ਸੱਪ ਵਾਂਗੂ ਡੰਗ ਮਾਰੀ ਜਾਣਾ। ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ। ਪੱਥਰ ਨੂੰ ਜੇ ਪਾਣੀ 'ਚ ਰੱਖ ਦਈਏ ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ, ਅੰਦਰੋਂ ਉਹ ਸੁੱਕੇ ਦਾ ਸੁੱਕਾ ਹੀ ਰਹਿੰਦਾ ਹੈ। ਅਤੇ ਪੱਥਰ ਕਦੇ ਤਰਦਾ ਵੀ ਨਹੀਂ। ਇਹ ਵੀ ਉਦਾਹਰਨਾਂ ਬਹੁਤ ਨੇ ਕਿ ਪੱਥਰ ਡੁੱਬ ਜਾਂਦਾ ਹੈ, ਅਤੇ ਜੇ ਕਿਤੇ ਪੱਥਰ ਦੀ ਬੇੜੀ ਬਣਾ ਲਈਏ ਫਿਰ ਤਾਂ ਦੂਜਿਆਂ ਨੂੰ ਵੀ ਲੈ ਕੇ ਡੁੱਬ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਪੱਥਰ ਵਰਗੇ ਇਨਸਾਨ ਨੇ ਉਹਨਾਂ ਦੇ ਉੱਤੇ ਗੁਣਾਂ ਦਾ ਅਸਰ ਨਹੀਂ ਹੁੰਦਾ, ਉਹਨਾਂ ਦੇ ਉੱਤੇ ਵਿਦਵਾਨਾਂ ਦੀ ਬੋਲ ਚਾਲ ਦਾ ਵੀ ਅਸਰ ਨਹੀਂ ਹੁੰਦਾ। ਗੁਰੂ ਸਾਹਿਬਾਨ ਵੀ ਪੱਥਰ ਦਿਲ ਇਨਸਾਨਾਂ ਨੂੰ ਸਮਝਾਉਂਦੇ ਹੋਏ ਥੱਕ ਗਏ, ਪਰ ਫਿਰ ਵੀ ਉਹ ਮਨਮੁੱਖ ਨਹੀਂ ਸਮਝੇ। ਕਈ ਤਾਂ ਗੁਰੂ ਸਾਹਿਬ ਦੇ ਘਰ ਦੇ ਵਿੱਚ ਵੀ ਮੌਜੂਦ ਸਨ, ਚਾਹੇ ਸ੍ਰੀ ਚੰਦ, ਲਖਮੀ ਦਾਸ, ਪ੍ਰਿਥੀ ਚੰਦ, ਧੀਰਮੱਲ ਅਤੇ ਹੋਰ ਕਿੰਨੇ ਸਾਰੇ ਇਹੋ ਜਿਹੇ ਘਰ ਦੇ ਮੈਂਬਰ ਸਨ ਜਿਨ੍ਹਾਂ ਨੇ ਉਮਰ ਬੀਤ ਗਈ ਪਰ ਗੁਰੂ ਦੀ ਚੰਗੀ ਮੱਤ ਨੇ ਉਹਨਾਂ 'ਤੇ ਅਸਰ ਨਾ ਕੀਤਾ, ਪੱਥਰ ਦੇ ਪੱਥਰ ਬਣੇ ਰਹੇ। ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ, ਚੋਆ ਚੰਦਨ ਪਰ ਹਰੈ ਖਰ ਖੇ ਪਲਟੈ। ਖੋਤੇ ਦੇ ਉੱਤੇ ਜਿੰਨੀ ਮਰਜ਼ੀ ਚੰਦਨ ਲੱਦ ਦਿਓ, ਜਿੰਨੇ ਮਰਜ਼ੀ ਹੋਰ ਸੁਗੰਧਿਤ ਪਦਾਰਥ ਉਹਦੇ ਉੱਤੇ ਲੱਦ ਦਿਓ, ਚਾਹੇ ਉਹਦੇ ਮਲ ਦਿਓ, ਪਰ ਉਹਨੂੰ ਉਹ ਚੰਗੇ ਨਹੀਂ ਲੱਗਦੇ, ਕਿਉਂਕਿ ਉਹਦਾ ਸੁਭਾਅ ਇਸ ਤਰ੍ਹਾਂ ਦਾ ਬਣਿਆ ਹੋਇਆ। ਉਹਨੂੰ ਆਨੰਦ ਕਿੱਥੋਂ ਆਉਂਦਾ, ਖੁਸ਼ੀ ਕਿੱਥੋਂ ਮਿਲਦੀ ਆ ਖੋਤੇ ਨੂੰ? ਮਿੱਟੀ ਘੱਟੇ 'ਚ ਲੇਟ ਕੇ ਖੁਸ਼ੀ ਮਿਲਦੀ ਹੈ। ਸਾਡੀ ਬਹੁਤੇ ਲੋਕਾਂ ਦੀ ਇਹੋ ਹੀ ਹਾਲਤ ਹੈ। ਚੰਗੀਆਂ ਚੀਜ਼ਾਂ ਵੀ ਸਾਨੂੰ ਚੰਗੀਆਂ ਨਹੀਂ ਲੱਗਦੀਆਂ। ਬਹੁਤੇ ਸਿੱਖਾਂ ਨੂੰ ਗੁਰਬਾਣੀ ਪੜ੍ਹਨੀ ਚੰਗੀ ਨਹੀਂ ਲੱਗਦੀ, ਵਿਦਵਾਨਾਂ ਦੀਆਂ ਕਿਤਾਬਾਂ ਚੰਗੀਆਂ ਨਹੀਂ ਲੱਗਦੀਆਂ, ਚੰਗੇ ਕਾਰ ਵਿਹਾਰ ਉਹਨਾਂ ਦੇ ਮਨ ਨੂੰ ਨਹੀਂ ਭਾਉਂਦੇ। ਉਹ ਸ਼ਰਾਬਾਂ ਪੀਂਦੇ ਨੇ, ਚੋਰੀਆਂ ਕਰਦੇ ਨੇ, ਵਿਭਚਾਰ ਕਰਦੇ ਨੇ, ਨਿੰਦਾ ਚੁਗਲੀ ਕਰਦੇ ਨੇ, ਵਿਹਲੜ ਰਹਿੰਦੇ ਨੇ, ਸਮਾਂ ਬਰਬਾਦ ਕਰਦੇ ਨੇ। ਕਈ ਤਾਂ ਇੱਧਰ ਉੱਧਰ ਦੀਆਂ ਊਜਾਂ ਲਾ ਕੇ ਦੂਜਿਆਂ ਦੇ ਘਰ ਪੱਟ ਦਿੰਦੇ ਨੇ। ਆਪਣਾ ਸੁਭਾਅ ਬਦਲਣ ਨੂੰ ਤਿਆਰ ਨਹੀਂ, ਬਲਕਿ ਲੋਕਾਂ ਨੂੰ ਬਰਬਾਦ ਕਰਨ 'ਤੇ ਲੱਗੇ ਹੋਏ ਨੇ। ਮਾਨੋ ਖੋਤਾ ਉਹਦੇ 'ਤੇ ਚੰਦਨ ਲੱਦਿਆ ਹੋਇਆ ਪਰ ਮਿੱਟੀ ਘੱਟੇ 'ਚ ਲੇਟਦਾ, ਉਹਨੂੰ ਚੰਦਨ ਦੀ ਕੋਈ ਸਾਰ ਨਹੀਂ ਹੈ। ਚੰਗੇ ਇਨਸਾਨ ਬਣਨ ਦੀ ਥਾਂ 'ਤੇ ਉਹ ਖੋਤੇ ਵਰਗਾ ਜੀਵਨ ਬਤੀਤ ਕਰਦੇ ਨੇ। ਤਿਉ ਨਿੰਦਕ ਪਰ ਨਿੰਦੋ, ਤਿਉ ਨਿੰਦਕ ਪਰ ਨਿੰਦਹੂ, ਹੱਥ ਮੂਲ ਨ ਹਟੈ। ਇਸੇ ਤਰ੍ਹਾਂ ਨਿੰਦਿਆ ਕਰਨ ਵਾਲਾ ਇਨਸਾਨ ਹਰ ਇੱਕ ਥਾਂ 'ਤੇ ਅਜਿਹੀ ਤੀਲੀ ਲਾਉਂਦਾ ਅਤੇ ਕਈ ਵਾਰੀ ਤਾਂ ਵਸਦੇ ਰਸਦੇ ਘਰ ਉਜੜ ਜਾਂਦੇ ਨੇ। ਉਹਨੇ ਕਿਸੇ ਦਾ ਘਰ ਵਸਾਉਣ ਦਾ ਯਤਨ ਨਹੀਂ ਕਰਨਾ, ਉਹਦੀ ਆਦਤ ਦੇ ਵਿੱਚ ਇਹ ਸ਼ਾਮਲ ਹੋ ਗਿਆ। ਉਹਨੇ ਝੂਠੀਆਂ ਕਹਾਣੀਆਂ ਘੜ ਕੇ ਸੱਚ ਵਾਂਗੂ ਪੇਸ਼ ਕਰਕੇ ਦੋਵਾਂ ਧਿਰਾਂ ਦੇ ਵਿੱਚ ਪਾੜੇ ਪਾ ਦੇਣੇ ਨੇ ਅਤੇ ਆਪ ਪਾਸੇ ਹੋ ਕੇ ਬਹਿ ਜਾਣਾ ਜਿਵੇਂ ਕੁਛ ਹੋਏ ਨਹੀਂ। ਅਤੇ ਉਹਨਾਂ ਦਾ ਇਹ ਸੁਭਾਅ ਬਣ ਚੁੱਕਿਆ, ਆਦਤ ਬਣ ਚੁੱਕੀ ਹੈ। ਤਿਉ ਨਿੰਦਕ ਪਰ ਨਿੰਦਹੂ, ਹੱਥ ਮੂਲ ਨ ਹਟੈ। ਰਾਈ ਮਾਤਰ ਹਟਣ ਨੂੰ ਤਿਆਰ ਨਹੀਂ, ਅਤੇ ਕਈ ਵਾਰੀ ਤਾਂ ਉਹਦੀ ਬੇਪਤੀ ਵੀ ਹੋ ਜਾਂਦੀ ਹੈ। ਖੁਦ ਆਪਣੀ ਨਿੰਦਿਆ ਕਰਨ ਵਾਲਾ ਜਦੋਂ ਫਸ ਜਾਂਦਾ ਉਹਦਾ ਅਪਮਾਨ ਵੀ ਹੋ ਜਾਂਦਾ, ਪਰ ਉਹ ਫਿਰ ਵੀ ਆਪਣੀ ਆਦਤ ਤੋਂ ਨਹੀਂ ਹਟਦਾ। ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਇਸ ਮੂਰਖ ਇਨਸਾਨ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਣੀਆਂ ਜੜ੍ਹਾਂ ਮੈਂ ਆਪ ਹੀ ਪੁੱਟ ਰਿਹਾ, ਭਾਵ ਕਿ ਜੇ ਮੈਂ ਅੱਜ ਸਮਾਜ ਦਾ ਨੁਕਸਾਨ ਕਰ ਰਿਹਾ, ਇਹਦੇ ਵਿੱਚ ਮੈਂ ਵੀ ਰਹਿ ਰਿਹਾ ਸਮਾਜ ਦੇ ਵਿੱਚ। ਜੇ ਮੈਂ ਰਿਸ਼ਤੇਦਾਰਾਂ ਦੀਆਂ ਉੱਧਰ ਤੇ ਉੱਧਰ ਚੁਗਲੀਆਂ ਲਾ ਰਿਹਾ, ਮੈਂ ਕੱਖੋਂ ਹੌਲਾ ਹੋ ਜਾਵਾਂਗਾ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗ ਗਿਆ, ਰਹਿਣਾ ਮੇਰਾ ਵੀ ਕੱਖ ਨਹੀਂ। ਅਤੇ ਉਹਨੂੰ ਇਹ ਚੇਤੇ ਨਹੀਂ ਹੁੰਦਾ ਕਿ ਮੈਂ ਦੂਜਿਆਂ ਦੀਆਂ ਜੜ੍ਹਾਂ ਪੁੱਟਦਾ ਪੁੱਟਦਾ ਆਪਣੀਆਂ ਹੀ ਜੜ੍ਹਾਂ ਪੁੱਟਵਾ ਰਿਹਾ। ਦੂਜਿਆਂ ਦਾ ਅਪਮਾਨ ਕਰਦਾ ਮੈਂ ਆਪਣਾ ਹੀ ਅਪਮਾਨ ਕਰਵਾ ਲਵਾਂਗਾ। ਮੇਰਾ ਬਾਅਦ ਦੇ ਵਿੱਚ ਜਦੋਂ ਪਤਾ ਲੱਗ ਗਿਆ, ਕਿਸੇ ਨੇ ਅਤਵਾਰ ਨਹੀਂ ਕਰਨਾ। ਜੇ ਬਾਅਦ ਦੇ ਵਿੱਚ ਮੈਂ ਸੱਚੀ ਗੱਲ ਵੀ ਕਦੇ ਆਖਾਂਗਾ, ਮੇਰਾ ਸੱਚ ਵੀ ਲੋਕਾਂ ਨੂੰ ਝੂਠ ਲੱਗੇਗਾ, ਮੈਂ ਬੇਤਵਾਰਾ ਗਿਣਿਆ ਜਾਵਾਂਗਾ। ਗੁਰੂ ਪਿਆਰ ਵਾਲਿਓ, ਹੈ ਨਾ ਕਿੰਨੀਆਂ ਲਾਹਣਤਾਂ ਪਾਈਆਂ ਨੇ ਭਾਈ ਗੁਰਦਾਸ ਜੀ ਨੇ ਅਜਿਹੇ ਦੋਗਲੇ ਲੋਕਾਂ ਨੂੰ, ਚੁਗਲ, ਨਿੰਦਕ ਅਤੇ ਕੁੱਤੇ ਵਰਗਾ, ਖੋਤੇ ਵਰਗਾ ਜੀਵਨ ਜਿਉਣ ਵਾਲੇ ਲੋਕਾਂ ਨੂੰ। ਅਤੇ ਬੜੇ ਕਰਾਰੇ ਵਿਅੰਗ ਨੇ। ਇਹਨਾਂ 'ਤੇ ਹੱਸਿਆ ਜਾ ਸਕਦਾ ਕਿ ਨਹੀਂ ਹੱਸਿਆ ਜਾ ਸਕਦਾ, ਫੈਸਲਾ ਤੁਸੀਂ ਆਪ ਕਰਨਾ, ਪਰ ਸਿੱਖਿਆ ਬਹੁਤ ਜ਼ਬਰਦਸਤ ਹੈ, ਕਰਾਰੀਆਂ ਚੋਟਾਂ ਨੇ। ਆਖੋ ਸਤਿਨਾਮ।